8th ਕਲਾਸ ਦੇ ਪਿਆਰੇ ਬੱਚਿਓ, ਤੁਹਾਡੇ ਫਾਈਨਲ ਐਗਜ਼ਾਮ ਬੋਰਡ ਦੇ ਜੋ ਹੋਣੇ ਹਨ ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਡਿਸਟ੍ਰਿਕਟ ਗੁਰਦਾਸਪੁਰ ਦੀ ਮੈਥ ਟੀਮ ਨੇ ਇੱਕ ਕੁਐਸਚਨ ਬੈਂਕ ਤਿਆਰ ਕੀਤਾ ਹੋਇਆ ਹੈ। ਇਹ ਜੋ ਕੁਐਸਚਨ ਬੈਂਕ ਹੈ ਤੁਹਾਡੇ ਕੁਐਸਚਨ ਪੇਪਰ ਦੇ ਭਾਗ ਸੱਸਾ ਯਾਨੀ ਪਾਰਟ ਡੀ ਦੇ ਉੱਤੇ ਬੇਸਡ ਹੈ। ਤੁਹਾਡੇ ਕੁਐਸਚਨ ਪੇਪਰ ਦੇ ਵਿੱਚ ਪਾਰਟ ਡੀ ਦੇ ਵਿੱਚ ਭਾਗ ਸੱਸੇ ਦੇ ਵਿੱਚ 6 ਮਾਰਕਸ ਦੇ 2 ਕੁਐਸਚਨ ਆਉਣੇ ਹਨ, ਕੁਐਸਚਨ ਨੰਬਰ 17 ਔਰ ਕੁਐਸਚਨ ਨੰਬਰ 18। ਉਹ 2 ਚੈਪਟਰਸ ਜੋ ਹਨ ਉਹ ਸਾਡੇ ਚੈਪਟਰ ਨੰਬਰ 5 ਔਰ ਚੈਪਟਰ ਨੰਬਰ 11 ਦੇ ਵਿੱਚੋਂ ਹਨ। ਸੋ ਇਹਨਾਂ ਦੋਨਾਂ ਚੈਪਟਰਸ ਦੇ ਵਿੱਚੋਂ ਜਿਹੜੇ ਤੁਹਾਡੇ 6 ਅੰਕਾਂ ਦੇ ਕੁਐਸਚਨ ਆਉਣੇ ਹਨ ਉਹਨਾਂ ਦੇ ਕੁਐਸਚਨ ਬੈਂਕ ਦੇ ਉੱਤੇ ਤਿਆਰ ਕੀਤੀ ਗਈ ਇਹ ਵੀਡੀਓ ਹੈ। ਤੁਸੀਂ ਇਹਨਾਂ ਕੁਐਸਚਨਸ ਨੂੰ ਵੀ ਆਪਣੀ ਕਾਪੀਜ਼ ਦੇ ਉੱਪਰ ਨੋਟ ਕਰਨਾ ਹੈ ਔਰ ਇਹਨਾਂ ਵੀਡੀਓਜ਼ ਨੂੰ ਵੀ ਬਹੁਤ ਧਿਆਨ ਨਾਲ ਦੇਖਣਾ ਹੈ ਤਾਂ ਕਿ ਤੁਹਾਨੂੰ ਜਿਹੜੇ ਕੁਐਸਚਨਸ ਨੇ ਉਹ ਬੜੇ ਧਿਆਨ ਨਾਲ ਸਮਝ ਆ ਜਾਣ ਔਰ ਤੁਸੀਂ ਉਹਨਾਂ ਨੂੰ ਪੇਪਰ ਦੇ ਵਿੱਚ ਸੋਲਵ ਕਰ ਸਕੋ ਔਰ ਪੂਰੇ ਦੋਨੋਂ ਕੁਐਸਚਨਸ ਦੇ ਵਿੱਚੋਂ 12 ਵਿੱਚੋਂ ਤੁਸੀਂ 12 ਅੰਕ ਜਿਹੜੇ ਨੇ ਉਹ ਪ੍ਰਾਪਤ ਕਰ ਸਕੋ। ਠੀਕ ਹੈ, ਚਲੋ ਅਸੀਂ ਆਪਣੀ ਹੁਣ ਕੁਐਸਚਨ ਜਿਹੜੇ ਨੇ ਉਹਨਾਂ ਦੇ ਸੋਲਿਊਸ਼ਨ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੁਐਸਚਨ ਪੇਪਰ ਦੇ ਵਿੱਚ 6 ਅੰਕ ਦੇ ਜਿਹੜੇ ਨੇ 2 ਕੁਐਸਚਨ ਆਉਣੇ ਹਨ। ਠੀਕ ਹੈ, ਔਰ ਇਹਨਾਂ ਦੋਨੋਂ ਕੁਐਸਚਨਸ ਦੇ ਵਿੱਚ ਚੋਇਸ ਹੋਏਗੀ। ਠੀਕ ਹੈ, 2 ਕੁਐਸਚਨ ਜੋ ਹਨ ਉਹ ਸਾਡੇ ਚੈਪਟਰ ਨੰਬਰ 5 ਦੇ ਵਿੱਚੋਂ ਹੋਣਗੇ ਔਰ ਉਹਨਾਂ ਵਿੱਚ ਤੁਹਾਡਾ ਔਰ ਹੋਏਗਾ ਈਦਰ ਦਿਸ ਵਨ ਔਰ ਦੈਟ ਵਨ। ਤੁਸੀਂ ਇਹਨਾਂ ਦੋਨਾਂ 'ਚੋਂ ਕੋਈ ਵੀ ਇੱਕ ਕੁਐਸਚਨ ਜਿਹੜਾ ਹੈ ਉਹ ਕਰਨਾ ਹੋਏਗਾ। ਇਸੇ ਤਰ੍ਹਾਂ ਹੀ ਚੈਪਟਰ ਨੰਬਰ 11 ਦੇ ਵਿੱਚੋਂ ਵੀ 2 ਕੁਐਸਚਨਸ ਹੋਣਗੇ ਔਰ ਉਹਨਾਂ ਦੇ ਵਿੱਚ ਵੀ ਤੁਹਾਡਾ ਔਰ ਹੋਏਗਾ ਜਾਂ ਹੋਏਗਾ ਤੁਸੀਂ ਕੋਈ ਇੱਕ ਕੁਐਸਚਨ ਜਿਹੜਾ ਹੈ ਉਹ ਅਟੈਂਪਟ ਕਰੋਗੇ। ਠੀਕ ਹੈ, ਹੁਣ ਤੁਸੀਂ ਜੋ ਸਾਡੇ ਚੈਪਟਰ ਨੰਬਰ 5 ਦੇ ਵਿੱਚੋਂ ਕੁਐਸਚਨ ਨੰਬਰ 17 ਆਉਣਾ ਹੈ ਅਸੀਂ ਉਹਦੇ ਉੱਤੇ ਬੇਸਡ ਕੁਝ ਕੁਐਸਚਨ ਜਿਹੜੇ ਨੇ ਉਹ ਹੱਲ ਕਰਾਂਗੇ। ਤੁਸੀਂ ਇਹਨਾਂ ਹੀ ਕੁਐਸਚਨਸ ਨੂੰ ਬਹੁਤ ਧਿਆਨ ਨਾਲ ਸੋਲਵ ਕਰਕੇ ਦੇਖਣਾ ਆ। ਇਹਨਾਂ ਕੁਐਸਚਨ ਵਿੱਚੋਂ ਹੀ ਤੁਹਾਨੂੰ 2 ਕੁਐਸਚਨ ਜਿਹੜੇ ਨੇ ਸਮਸ ਜਿਹੜੇ ਨੇ ਉਹ ਪੇਪਰ ਦੇ ਵਿੱਚ ਆਉਣੇ ਹਨ। ਸੋ ਆਪਾਂ ਫਸਟ ਕੁਐਸਚਨ ਦੇਖਦੇ ਹਾਂ। ਫਸਟ ਕੁਐਸਚਨ ਹੈ ਕਿ ਕਿਸੇ ਫੈਕਟਰੀ ਦੇ 30 ਮਜ਼ਦੂਰਾਂ ਦੀ ਹਫ਼ਤੇ ਦੀ ਆਮਦਨ ਜਿਹੜੀ ਹੈ ਉਹ ਸਾਨੂੰ ਇਹ ਦਿੱਤੀ ਹੋਈ ਹੈ ਸਾਰੀ, ਯਾਨੀ ਇੱਕ ਫੈਕਟਰੀ ਦੇ 30 ਜੋ ਹਨ ਮਜ਼ਦੂਰ ਹਨ ਉਹਨਾਂ ਦੀ ਇਹ ਸਾਰੇ ਜਿਹੜੇ ਹੈ ਉਹਨਾਂ ਦੀ ਆਮਦਨ ਪੂਰੇ ਵੀਕ ਦੀ ਹੈ, ਹਰ ਇੱਕ ਦੀ। ਸੋ ਅਸੀਂ ਕੀ ਕਰਨਾ ਹੈ ਇਸ ਦੇ ਵਿੱਚ, ਅਸੀਂ ਇਹ ਕਰਨਾ ਹੈ ਕਿ ਮਿਲਾਨ ਚਿੰਨ੍ਹਾਂ ਦੀ ਵਰਤੋਂ ਕਰਦੇ ਹੋਏ ਅੰਤਰਾਲ 800 ਤੋਂ 810 ਜਾਂ 800 ਤੋਂ 820 ਆਦਿ ਵਾਲੀ ਇੱਕ ਬਾਰੰਬਾਰਤਾ ਸਾਰਣੀ ਬਣਾਉਣੀ ਹੈ ਔਰ ਨਾਲ ਹੀ ਅਸੀਂ ਆ ਜਿਹੜੇ ਕੁਐਸਚਨਸ ਦਿੱਤੇ ਹਨ ਇਹਨਾਂ ਦੇ ਆਨਸਰ ਦੱਸਣੇ ਹਨ। ਹੁਣ ਸਭ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਅਸੀਂ ਇਹਨਾਂ ਦੀ ਬਾਰੰਬਾਰਤਾ ਸਾਰਣੀ ਜੋ ਹੈ ਫ੍ਰੀਕੁਐਂਸੀ ਟੇਬਲ ਜੋ ਹੈ ਉਹ ਅਸੀਂ ਕਿਸ ਤਰੀਕੇ ਦੇ ਨਾਲ ਬਣਾਉਣਾ ਹੈ। ਇਹਦੇ ਵਿੱਚ ਦੇਖੋ ਸਾਨੂੰ ਇਹਦਾ ਵਰਗ ਅੰਤਰਾਲ ਜੋ ਹੈ ਉਹ ਪਹਿਲਾਂ ਹੀ ਦੇ ਦਿੱਤਾ ਹੈ। ਵਰਗ ਅੰਤਰਾਲ ਕੀ ਹੈ? ਅਸੀਂ ਦੇਖਣਾ ਇਹ ਆ ਕਿ ਸਾਨੂੰ ਇਹ ਜੋ 30 ਮਜ਼ਦੂਰਾਂ ਦੀ ਆਮਦਨ ਦਿੱਤੀ ਹੈ ਇਹਦੇ ਵਿੱਚ 800 ਤੋਂ ਲੈ ਕੇ ਤੇ 810 ਤੱਕ ਕਿੰਨੇ ਮਜ਼ਦੂਰ ਇਹੋ ਜਿਹੇ ਹਨ ਜਿਨ੍ਹਾਂ ਦੀ ਆਮਦਨ 800 ਤੋਂ ਲੈ ਕੇ 810 ਤੱਕ ਹੈ। ਠੀਕ ਹੈ, ਸੋ ਇਹਦੇ ਵਿੱਚ ਅਸੀਂ ਹੋਰ ਇੱਕ ਚੀਜ਼ ਧਿਆਨ ਰੱਖਣੀ ਆ ਕਿ ਜਦੋਂ ਅਸੀਂ ਇੱਥੇ ਬਾਰੰਬਾਰਤਾ ਵੰਡ ਸਾਰਣੀ ਬਣਾਉਣੀ ਹੈ ਅਤੇ ਅਸੀਂ ਵਰਗ ਅੰਤਰਾਲ ਜੋ ਹਨ ਉਹ ਕਿਸ ਤਰ੍ਹਾਂ ਲੈਣੇ ਹਨ ਔਰ ਉਹਨਾਂ ਦੀ ਵਿੱਚ ਜਿਹੜੇ ਮਜ਼ਦੂਰਾਂ ਦੀ ਸੰਖਿਆ ਹੈ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਕਾਊਂਟ ਕਰਨਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਅਸੀਂ ਦੇਖਾਂਗੇ ਕਿ ਸਾਡੀ ਸਭ ਤੋਂ ਘੱਟ ਜੋ ਹੈ ਇਹਦੇ ਵਿੱਚ ਕਿਹੜੀ ਸਾਡਾ ਜੋ ਹੈ ਉਹ ਆਮਦਨ ਕਿੰਨੀ ਹੈ। ਸਾਨੂੰ ਵਰਗ ਅੰਤਰਾਲ ਦਿੱਤਾ ਹੈ ਸਭ ਤੋਂ ਪਹਿਲਾਂ 800 ਤੋਂ 810। ਜੇਕਰ ਸਾਡੇ ਇਹਨਾਂ ਅੰਕੜਿਆਂ ਦੇ ਵਿੱਚ 800 ਤੋਂ ਛੋਟਾ ਅੰਕ ਵੀ ਕੋਈ ਹੋਏਗਾ ਤੇ ਫਿਰ ਅਸੀਂ ਇਸ ਤੋਂ ਪਿਛਲਾ ਵਰਗ ਅੰਤਰਾਲ ਲਵਾਂਗੇ, ਯਾਨੀ ਕਿ 790 ਤੋਂ ਲੈ ਕੇ 800 ਤੱਕ ਦਾ। ਠੀਕ ਹੈ, ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ 790 ਦੀ ਰੇਂਜ ਵਿੱਚ ਕੋਈ ਨਹੀਂ ਹੈ। ਸੋ ਸਾਡਾ ਵਰਗ ਅੰਤਰਾਲ ਜੋ ਹੈ ਉਹ ਇੱਥੋਂ ਹੀ ਸ਼ੁਰੂ ਹੋਏਗਾ। ਇਹਦਾ ਮਤਲਬ ਕਿ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ 800 ਤੋਂ ਲੈ ਕੇ 810 ਤੱਕ ਕਿੰਨੇ ਮਜ਼ਦੂਰ ਇਹੋ ਜਿਹੇ ਹਨ ਜਿਨ੍ਹਾਂ ਦੀ ਆਮਦਨ ਜੋ ਹੈ ਉਹ ਇਹਦੇ ਵਿੱਚ ਫਾਲ ਕਰਦੀ ਹੈ। ਠੀਕ ਹੈ, ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ 810 ਤੋਂ ਲੈ ਕੇ 820 ਤੱਕ। ਹੁਣ ਇੱਥੇ ਅਸੀਂ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਣੀ ਆ ਕਿ 810 ਜੋ ਹੈ ਅਸੀਂ ਦੇਖਦੇ ਹਾਂ ਕਿ ਇਸ ਵਰਗ ਅੰਤਰਾਲ 'ਚ ਵੀ ਆ ਰਿਹਾ ਹੈ, 810 ਇਹਦੇ 'ਚ ਵੀ ਆ ਰਿਹਾ ਹੈ। ਇੱਥੇ ਹੈ ਇਸ ਦੀ ਅੱਪਰ ਲਿਮਿਟ, ਇੱਥੇ ਹੈ ਇਸ ਦੀ ਲੋਅਰ ਲਿਮਿਟ। ਤੁਸੀਂ ਇਹ ਚੀਜ਼ ਧਿਆਨ ਰੱਖਣੀ ਹੈ ਕਿ ਜੋ 810 ਇੱਥੇ ਰਿਪੀਟ ਹੋ ਰਿਹਾ ਹੈ ਉਸ ਨੂੰ ਤੁਸੀਂ ਅਗਲੇ ਵਰਗ ਅੰਤਰਾਲ ਦੇ ਵਿੱਚ ਕਾਊਂਟ ਕਰਨਾ ਹੈ, ਪਿਛਲੇ ਦੇ ਵਿੱਚ
नहीं करना। देखो जे असीं 810 ਨੂੰ ਇੱਧਰ ਵੀ ਕਾਊਂਟ ਕਰ ਲਈਏ, ਇੱਧਰ ਵੀ ਕਾਊਂਟ ਕਰ ਲਈਏ, ਫਿਰ ਤੇ ਸਾਡੇ ਕੋਲ ਗਿਣਤੀ ਵੱਧ ਜਾਏਗੀ। ਸੋ ਅਸੀਂ 810 ਨੂੰ ਇੱਕੋ ਵਾਰੀ ਹੀ ਕਾਊਂਟ ਕਰਨਾ ਹੈ। ਤੁਸੀਂ ਇਹ ਧਿਆਨ 'ਚ ਰੱਖਣਾ ਹੈ ਕਿ ਜਦੋਂ ਇਸ ਦੀ ਅੱਪਰ ਲਿਮਿਟ ਆਉਣੀ ਹੈ ਅਸੀਂ ਇਹਨੂੰ ਉਹਦੇ ਵਿੱਚ ਕਾਊਂਟ ਕਰਾਂਗੇ, ਰਾਈਟ। ਹੁਣ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਅਸੀਂ ਜਦੋਂ ਫਰੀਕੁਐਂਸੀ ਟੇਬਲ ਬਣਾਉਣਾ ਹੈ ਤੇ ਅਸੀਂ ਇਹਦੇ ਕਾਲਮ ਕਿਹੜੇ ਬਣਾਉਣੇ ਆ, ਠੀਕ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਲਿਖਾਂਗੇ ਵਰਗ ਅੰਤਰਾਲ, ਫਿਰ ਅਸੀਂ ਲਿਖਾਂਗੇ ਬਾਰੰਬਾਰਤਾ, ਫਿਰ ਅਸੀਂ ਲਿਖਾਂਗੇ ਮਿਲਾਨ ਚਿੰਨ੍ਹ। ਹੁਣ ਵਰਗ ਅੰਤਰਾਲ ਜੋ ਹੈ ਸਾਡਾ ਸਭ ਤੋਂ ਪਹਿਲਾਂ ਹੈ 800 ਤੋਂ 810। ਅਸੀਂ ਜਦੋਂ ਆਪਣੇ ਇਹਦੇ ਵਿੱਚ ਕਾਊਂਟ ਕਰਕੇ ਦੇਖਿਆ ਕਿ 800 ਤੋਂ 810 ਤੱਕ ਜਿਹੜੇ ਹਨ ਉਹ ਕਿੰਨੇ ਮਜ਼ਦੂਰ ਹਨ। ਸੋ ਅਸੀਂ ਇਹਦੇ ਵਿੱਚ ਦੇਖਣਾ ਸ਼ੁਰੂ ਕਰਦੇ ਹਾਂ ਕਿ ਸਭ ਤੋਂ ਪਹਿਲਾਂ 810 ਇੱਥੇ ਆਇਆ ਹੈ, ਪਰ ਮੈਂ ਤੁਹਾਨੂੰ ਦੱਸਿਆ ਕਿ ਅਸੀਂ 810 ਨੂੰ ਅਗਲੀ ਦੇ ਵਿੱਚ ਕਾਊਂਟ ਕਰਾਂਗੇ। ਸੋ ਅਸੀਂ 810 ਇਹਦੇ ਵਿੱਚ ਨਹੀਂ ਲਵਾਂਗੇ, ਰਾਈਟ। ਹੁਣ ਉਸ ਤੋਂ ਅੱਗੇ ਜੋ ਹੈ ਉਹ ਅਸੀਂ ਚੈੱਕ ਕਰਦੇ ਹਾਂ, ਸਾਡੇ ਕੋਲ ਆ ਗਿਆ 804, ਅਸੀਂ ਇਹਨੂੰ ਕ੍ਰੋਸ ਕਰ ਦਾਂਗੇ, ਠੀਕ ਹੈ। ਉਸ ਤੋਂ ਬਾਅਦ ਆ ਗਿਆ 808, ਠੀਕ ਹੈ। ਨੈਕਸਟ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਆ ਗਿਆ 806। ਇਹ ਜੋ ਤਿੰਨ ਹਨ, ਤਿੰਨ ਮਜ਼ਦੂਰ ਹਨ, ਉਹ ਸਾਡੇ ਕੋਲ 800 ਤੋਂ ਲੈ ਕੇ 810 ਦੇ ਵਿੱਚ ਫਾਲ ਕਰਦੇ ਹਨ, ਠੀਕ ਹੈ। ਹੁਣ ਕਿਉਂਕਿ ਅਸੀਂ ਇਹਨਾਂ ਨੂੰ ਇੱਥੇ ਕੈਂਸਲ ਕੀਤਾ ਹੈ, ਸੋ ਜਦੋਂ ਅਸੀਂ ਬਾਕੀ ਦੇ ਚੈੱਕ ਕਰਾਂਗੇ ਤਾਂ ਅਸੀਂ ਇਹਨਾਂ ਨੂੰ ਛੱਡ ਦੇਵਾਂਗੇ, ਸਾਨੂੰ ਗਲਤੀ ਨਹੀਂ ਲੱਗੇਗੀ। ਤੁਸੀਂ ਪੈਨਸਿਲ ਦੇ ਨਾਲ ਜਾਂ ਪੈਨ ਦੇ ਨਾਲ ਜਿਹੜਾ ਵੀ ਤੁਸੀਂ ਕਾਊਂਟ ਕਰ ਲੈਂਦੇ ਹੋ ਉਹਨੂੰ ਤੁਸੀਂ ਹਲਕਾ ਜਿਹਾ ਕੈਂਸਲ ਕਰ ਦਿਓ, ਜਾਂ ਉਹਦੇ ਉੱਪਰ ਵੀ ਤੁਸੀਂ ਇਸ ਤਰੀਕੇ ਦੇ ਨਾਲ ਛੋਟਾ ਜਿਹਾ ਕ੍ਰਾਸ ਲਗਾ ਸਕਦੇ ਹੋ, ਠੀਕ ਹੈ। ਹੁਣ ਇਹਦਾ ਮਤਲਬ ਹੈ ਕਿ ਸਾਡੇ ਕੋਲ 800 ਤੋਂ 810 ਤੱਕ ਕਿੰਨੇ ਹੋ ਗਏ? 3 ਹੋ ਗਏ। ਹੁਣ ਅਸੀਂ ਆਪਣੀ ਜਿਹੜੀ ਬਾਰੰਬਾਰਤਾ ਸਾਰਨੀ ਆ ਉਹਦੇ ਵਿੱਚ ਕੀ ਕਰਾਂਗੇ? 800 ਤੋਂ 810 ਵਰਗ ਅੰਤਰਾਲ ਹੈ, ਉਹਦੇ ਵਿੱਚ ਉਹਦੇ ਕਿੰਨੇ ਜਣੇ ਹਨ। ਬਾਰੰਬਾਰਤਾ ਮੀਨਸ ਕਿ ਕਿੰਨੇ ਜਣੇ ਉਹਦੇ ਵਿੱਚ ਆ ਰਹੇ ਹਨ, ਕਿੰਨੇ ਰਿਪੀਟ ਹੋ ਰਹੇ ਹਨ। ਜੋ ਹੁਣ ਮਿਲਾਨ ਚਿੰਨ੍ਹ ਅਸੀਂ ਕਿਸ ਤਰੀਕੇ ਨਾਲ ਲਗਾਉਣਾ ਹੈ, ਅਸੀਂ ਜਿੰਨੀ ਸੰਖਿਆ ਇੱਥੇ ਲਿਖੀ ਆ ਓਨੀਆਂ ਅਸੀਂ ਇਹ ਲਾਈਨਸ ਲਗਾ ਲਾਂਗੇ, ਠੀਕ ਹੈ। ਹੁਣ ਇਸੇ ਤਰ੍ਹਾਂ ਅਸੀਂ ਨੈਕਸਟ ਦੇਖਾਂਗੇ ਕਿ 800 ਤੋਂ ਲੈ ਕੇ 810 ਤੋਂ ਲੈ ਕੇ 820 ਤੱਕ ਕਿੰਨੇ ਹਨ। ਹੁਣ ਇਹਦੇ ਵਿੱਚ ਅਸੀਂ ਕੀ ਕਰਾਂਗੇ? 810 ਨੂੰ ਕਾਊਂਟ ਕਰਾਂਗੇ, ਠੀਕ ਹੈ, ਲੇਕਿਨ 820 ਨੂੰ ਕਾਊਂਟ ਨਹੀਂ ਕਰਾਂਗੇ। 820 ਨੂੰ ਅਸੀਂ ਅਗਲੇ ਵਿੱਚ ਕਾਊਂਟ ਕਰਾਂਗੇ। ਦੇਖੋ ਨਹੀਂ ਤਾਂ ਇੱਕ ਵਾਰੀ ਇੱਥੇ 820 ਆ ਰਿਹਾ, ਇੱਕ ਵਾਰੀ ਇੱਥੇ 820 ਆ ਰਿਹਾ। ਅਸੀਂ ਇੱਥੇ 820 ਨਹੀਂ ਕਰਾਂਗੇ, ਇੱਥੇ ਅਸੀਂ 819 ਤੱਕ ਕਰਾਂਗੇ ਅਤੇ 820 ਨੂੰ ਅਗਲੇ ਵਿੱਚ ਲੈ ਕੇ ਜਾਵਾਂਗੇ, ਠੀਕ ਹੈ। ਹੁਣ ਅਸੀਂ ਆਪਣੇ ਜਿਹੜਾ ਸਾਨੂੰ ਡਾਟਾ ਦਿੱਤਾ ਹੈ ਉਹਦੇ ਵਿੱਚ ਦੇਖਾਂਗੇ ਕਿ 810 ਤੋਂ 820 ਵਾਲੇ ਵਰਗ ਅੰਤਰਾਲ 'ਚ ਕਿੰਨੇ ਜਿਹੜੇ ਹਨ ਸਾਡੇ ਮਜ਼ਦੂਰ ਆਉਂਦੇ ਹਨ, ਠੀਕ ਹੈ। ਜਦੋਂ ਅਸੀਂ ਇਸ ਨੂੰ ਕਾਊਂਟ ਕਰਦੇ ਹਾਂ ਅਤੇ 811 12 ਸਾਰਾ ਅਸੀਂ ਇਹਦੇ ਵਿੱਚ ਚੈੱਕ ਕਰਾਂਗੇ, ਠੀਕ ਹੈ। ਆ ਦੇਖੋ 12 ਆ ਗਿਆ ਇਹਦੇ ਵਿੱਚ ਸਾਡੇ ਕੋਲ ਇੱਕ 812 ਆ ਰਿਹਾ ਹੈ, ਔਰ ਦੂਸਰਾ ਜੋ ਹੈ ਸਾਡੇ ਕੋਲ ਦੂਸਰਾ ਅਸੀਂ 810 ਨੂੰ ਕਾਊਂਟ ਕਰਾਂਗੇ ਇਹਦੇ ਵਿੱਚ, ਠੀਕ ਹੈ। ਇਹਦਾ ਮਤਲਬ ਸਾਡੇ ਕੋਲ ਇੱਕ ਇਹ ਆ ਗਿਆ ਅਤੇ ਇੱਕ ਇਹ ਆ ਗਿਆ। ਸੋ ਸਾਡੇ ਦੂਸਰੇ ਵਰਗ ਅੰਤਰਾਲ ਦੇ ਵਿੱਚ ਕਿੰਨੇ ਆ ਜਾਣਗੇ? 2 ਆ ਜਾਣਗੇ, ਠੀਕ ਹੈ। 810 ਤੋਂ ਲੈ ਕੇ 820 ਤੱਕ 2 ਆ ਜਾਣਗੇ, ਇੱਥੇ ਅਸੀਂ ਲਿਖ ਲਾਂਗੇ 2। ਨੈਕਸਟ ਇਸੇ ਤਰ੍ਹਾਂ ਹੀ ਆਪਾਂ 820 ਤੋਂ 830 ਤੱਕ ਜਦੋਂ ਕਾਊਂਟ ਕਰਾਂਗੇ ਅਤੇ ਡਾਟੇ ਦੇ ਵਿੱਚ ਸਾਡੇ ਕੋਲ 1 ਆ ਜਾਏਗਾ। ਫਿਰ ਸੇਮ ਉਸੇ ਤਰ੍ਹਾਂ ਹੀ ਕਰਾਂਗੇ ਕਿ ਇੱਥੇ ਵੀ 830 ਨੂੰ ਨਹੀਂ ਕਾਊਂਟ ਕਰਾਂਗੇ, ਅਸੀਂ ਇਹਨੂੰ ਇਹਦੇ ਵਿੱਚ ਲਵਾਂਗੇ, ਠੀਕ ਹੈ। ਹੁਣ ਅਸੀਂ ਇੱਕ ਚੀਜ਼ ਹੋਰ ਧਿਆਨ 'ਚ ਰੱਖਣੀ ਆ ਕਿ ਜਦੋਂ ਤੇ ਸਾਡੇ ਕੋਲ 3 ਆ ਗਿਆ ਅਤੇ ਅਸੀਂ 3 ਲਾਈਨਸ ਲਗਾ ਲਈਆਂ, 2 ਆ ਗਿਆ ਅਤੇ 2 ਲਾਈਨਾਂ ਲਗਾ ਲਈਆਂ, 1 ਆ ਗਿਆ ਅਤੇ 1 ਲਾਈਨ ਲਗਾ ਲਈ। ਜਦੋਂ ਸਾਡੇ ਕੋਲ 9 ਆ ਗਿਆ ਅਤੇ ਫਿਰ ਅਸੀਂ ਕੀ ਕਰਾਂਗੇ? ਇਹਦੇ ਵਿੱਚ ਕੀ ਹੁੰਦਾ ਆ ਕਿ ਇਹਦੇ 5 ਦੇ ਗਰੁੱਪਸ ਬਣਦੇ ਹਨ, 1 2 3 4 ਐਂਡ 5 6 7 8 9 10 11 12 13 14 15। ਪੰਜਵੀਂ ਲਾਈਨ ਅਸੀਂ ਇਸ ਲਾਈਨ ਨੂੰ ਕਾਊਂਟ ਕਰਨਾ ਹੈ। 5 ਤੋਂ ਵੱਧ ਸਾਡੀਆਂ ਇੱਕ ਗਰੁੱਪ ਦੇ ਵਿੱਚ ਲਾਈਨਸ ਜਿਹੜੀਆਂ ਨੇ ਉਹ ਨਹੀਂ ਆਉਣੀਆਂ ਚਾਹੀਦੀਆਂ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ ਸਾਡੇ ਕੋਲ? ਦੇਖੋ 830 ਤੋਂ 840 ਤੱਕ ਸਾਡੇ ਕੋਲ 9 ਨੇ, ਅਤੇ ਅਸੀਂ ਕੀ ਕੀਤਾ ਇੱਥੇ ਵਿੱਚ ਫਿਰ 4 ਲਗਾ ਕੇ ਇੱਕ ਉਹਨੂੰ ਕੈਂਸਲ ਕਰਕੇ 5 ਹੋ ਗਿਆ ਅਤੇ 4 ਇੱਥੇ ਆ ਗਿਆ, 5 ਅਤੇ 4 9, ਠੀਕ ਹੈ। ਇਸੇ ਤਰ੍ਹਾਂ ਹੀ ਅਸੀਂ ਬਾਕੀ 840 ਤੋਂ 850 850 ਤੋਂ 860 ਸੇਮ ਅਸੀਂ ਬਾਕੀ ਸਾਰੇ ਵਰਗ ਅੰਤਰਾਲ ਜਿਹੜੇ ਨੇ ਉਹ ਕਾਊਂਟ ਕਰ ਲਾਂਗੇ ਕਿ ਕਿੰਨੇ ਕਿੰਨੇ ਮਜ਼ਦੂਰ ਜਿਹੜੇ ਨੇ ਉਹ ਕਿਸ ਕਿਸ ਵਰਗ ਅੰਤਰਾਲ ਦੇ ਵਿੱਚ ਸਾਡੇ ਫਾਲ ਕਰਦੇ ਹਨ। ਹੁਣ ਜਦੋਂ ਸਾਡੇ ਕੋਲ ਸਾਰੇ ਸੀ ਜਿਹੜੀ ਫਰੀਕੁਐਂਸੀ ਟੇਬਲ ਬਣਾ ਲਿਆ, ਫਿਰ ਅਸੀਂ ਕੀ ਕਰਨਾ ਕਿ ਇਹਨਾਂ ਨੂੰ ਅਸੀਂ ਐਡ ਕਰਕੇ ਦੇਖਾਂਗੇ,
ठीक है। ऐड करन दा फायदा ये है कि साडे कोल जे ते इत्थे 30 आ गए आ ते जिन्ने सानू मजदूर दिते आ, जिन्नी गिनती दिती आ ते वो टैली कर गया। मान लो इत्थे वध घट आ जाणगे, साडे कोल 30 पूरे नहीं आ रहे या वध गए हैं या घट गए हैं, तो फिर इहदा मतलब है कि साडी इत्थे किते गड़बड़ है, किते सानू काउंट करन लग्गिया इहदे विच प्रॉब्लम आई आ, किते साडा रॉन्ग होया। सो असीं इसनूं फिर दोबारा काउंट करके और इनू सही कर लवांगे। सो ये सी साडा कि जेकर सानू इस तरीके दे नाल जो है डाटा दिता होवे ए वाला, ते असीं इहदी बारंबारता वंड सारनी किस तरह बनाउणी है। हुण ने साडे कोल इहदे विच क्वेश्चन, असीं इहदे जो क्वेश्चन हन उन्हां नूं ध्यान नाल देखना आ कि फस्ट क्वेश्चन है कि किस गुट विच मजदूरां दी गिनती सब तो ज़्यादा है। बिल्कुल सिंपल, तुसीं अपनी वंड सारनी दे विच देखो कि 9 जो है सब तो वड्डी संख्या है। सो ये किहड़े दे विच साडे फॉल कर रही है, किहड़े वर्ग अंतराल, किस गुट विच मीनस कि किहड़े वर्ग अंतराल दे विच है। ये है साडे कोल 830 तो 840 दे विच, ठीक है। फस्ट वाली जो है साडे कोल 830 तो 840 दे विच है। उस तो बाद सैकेंड है कि किन्ने मजदूर 850 ਜਾਂ ਉਸ ਤੋਂ ਵੱਧ ਕਮਾਉਂਦੇ ਹਨ। ਅਸੀਂ 850 ਜਾਂ ਉਸ ਤੋਂ ਵੱਧ ਮਜ਼ਦੂਰ ਦੇਖਾਂਗੇ ਕਿ ਕਿੰਨੇ ਮਜ਼ਦੂਰ ਜਿਹੜੇ ਨੇ। ਹੁਣ ਇਹਦੇ ਵਿੱਚ ਅਸੀਂ ਥੱਲਿਓਂ ਦੇਖਾਂਗੇ ਕਿ ਆ ਵੀ 800 ਥੱਲਿਓਂ ਸ਼ੁਰੂ ਹੋ ਜਾਓ ਬੇਸ਼ੱਕ, ਜਾਂ ਇੱਦਾਂ ਸ਼ੁਰੂ ਕਰ ਸਕਦੇ ਆਪਾਂ 850 ਜਾਂ ਉਸ ਤੋਂ ਵੱਧ ਮਜ਼ਦੂਰਾਂ ਦੀ ਅਸੀਂ ਜਿਹੜੀ ਆ ਦੇਖਣੀ। ਹੁਣ ਅਸੀਂ 850 ਜਿਹੜਾ ਇਸ ਵਰਗ ਅੰਤਰਾਲ ਦੇ ਵਿੱਚ ਕਾਊਂਟ ਕੀਤਾ, ਉੱਪਰ ਵਾਲੇ ਵਿੱਚ ਅਸੀਂ ਨਹੀਂ ਕੀਤਾ, ठीक है। इत्थों फिर साडे आ सारे जिहड़े हन ये 850 या उस तो वध वाली जो है रेंज है। तो इन्हां नूं असीं प्लस कर लांगे, 3 ते 4 5 6 ते 4 10 मजदूर जो हैं साडे कोल 850 या इस तो वध वाली रेंज विच हन। नैक्सट अगे क्वेश्चन जो है साडा कि किन्ने मजदूर 850 तो घट हैं। टोटल साडे 30 हैं ते 30 दे विचों 10 जो हैं साडे 850 या उस तो वध ने, ते उस तो घट फिर साडे कोल 20 ਜਿਹੜੇ ਉਹ ਉਸ ਤੋਂ ਘੱਟ ਵਾਲੇ 'ਚ ਆ ਜਾਣਗੇ, ਠੀਕ ਹੈ। ਬਿਲਕੁਲ ਸਿੰਪਲ ਹੈ ਇਹ, ਤੁਸੀਂ ਆਰਾਮ ਨਾਲ ਸਮਝ ਕੇ ਧਿਆਨ ਨਾਲ ਇਹਨੂੰ ਕਰਕੇ 6 ਮਾਰਕਸ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋ ਇਸ ਟਾਈਪ ਦੇ ਕੁਐਸਚਨਸ ਦੇ ਵਿੱਚੋਂ, ਠੀਕ ਹੈ। ਨੈਕਸਟ ਹੈ ਉਸ ਤੋਂ ਬਾਅਦ ਸਾਡੇ ਕੋਲ ਸੈਕੰਡ ਕੁਐਸਚਨ। ਸੈਕੰਡ ਕੁਐਸਚਨ ਦੇਖੋ ਉਹ ਕੀ ਹੈ। ਕਿਸੇ ਡਿਪਾਰਟਮੈਂਟਲ ਸਟੋਰ 'ਤੇ ਖਰੀਦਦਾਰੀ ਕਰਨ ਆਏ ਵਿਅਕਤੀਆਂ ਨੂੰ ਇਸ ਪ੍ਰਕਾਰ ਅੰਕਿਤ ਕੀਤਾ ਜਾਂਦਾ ਹੈ। ਕੋਈ ਡਿਪਾਰਟਮੈਂਟਲ ਸਟੋਰ ਹੈ, ਉਹਦੇ ਵਿੱਚ ਪੁਰਸ਼ ਯਾਨੀ ਮੈਨ, ਔਰਤਾਂ ਨੂੰ W, ਲੜਕੇ ਨੂੰ ਬॉयਜ਼ ਤੇ ਲੜਕੀਆਂ ਨੂੰ ਗਰਲਸ, ਇਹ ਸਾਰੇ ਜੋ ਹਨ ਉੱਥੇ ਸ਼ਾਪਿੰਗ ਕਰਨ ਲਈ ਆਉਂਦੇ ਹਨ। ਸੋ ਇਹ ਜੋ ਹਨ ਉਹਨਾਂ ਨੇ ਇਹਨਾਂ ਦੀ ਸਾਰਿਆਂ ਦੀ ਜੋ ਹੈ ਉਹ ਗਿਣਤੀ ਦਿੱਤੀ ਹੈ ਸਾਨੂੰ, ਠੀਕ ਹੈ। ਇਹਦੇ ਵਿੱਚ ਸਾਨੂੰ ਇਹਦੀ ਗਿਣਤੀ ਦੇ ਦਿੱਤੀ ਉਹਨਾਂ ਨੇ ਕਿ ਇਹ W ਤੋਂ ਵੂਮੈਨ, G ਤੋਂ ਗਰਲ, B ਤੋਂ ਬॉय, M ਤੋਂ ਮੈਨ, ठीक है। हुण क्वेश्चन की हैगा वा साडा, क्वेश्चन ये हैगा कि उन्होंने कहा है कि हेठां लिखी सूची की एक बारंबारता वंड सारनी बनाओ और उस तो बाद इसनूं दर्शाउण लई एक छड़ ग्राफ भी खिंचो। सब तो पहलां असीं बारंबारता वंड सारनी बनावांगे। सेम उस तरीके दे नाल साडे कोल देखो कौन कौन आया इहदे विच बारंबारता वंड सारनी मीनस कि कौन कौन आए ने, मैन आए ने, वूमैन आईयां ने, बॉयज़ आए ने ते गर्ल्स आईयां ने, ठीक है। हुण बारंबारता असीं मैन काउंट करांगे कि इहदे विच M किन्नी वारी है। असीं अपने सारे इस डाटा दे विच देखांगे कि M किन्ने टाइम्स है। जदों असीं काउंट कीता मैन जो हैं वो 15 टाइम्स हैं, 15 वारी M आया है। सो 15 आदमी जो हैं उन्होंने डिपार्टमेंटल स्टोर नूं विजिट किया है। हुण 15 नूं असीं किस तरह इहदे मिलान चिन्ह बनावांगे, 5 ये हो जाणगे, 5 ये हो जाणगे, 5 ये हो जाणगे, ठीक है। उस तो बाद नैक्सट है कि W वूमैन किन्नियां हैं, इस तरह असीं वूमैन नूं काउंट किया तो वो साडे 28 आ गया। 28 नूं शो करन लई 5 10 15 20 25, उस तो बाद 3 इत्थे आ गया, 28 हो गए, ठीक है। नैक्सट उस तो बाद असीं बॉयज़ काउंट करांगे, वो साडे कोल आ गए 5 ਨੂੰ ਅਸੀਂ ਇੱਦਾਂ ਮਿਲਾਨ ਚਿੰਨ੍ਹ ਦੇ ਦਾਂਗੇ। ਜਦੋਂ ਅਸੀਂ ਗਰਲਸ ਕਾਊਂਟ ਕਰਾਂਗੇ, G ਕਾਊਂਟ ਕਰਾਂਗੇ ਡਾਟਾ ਦੇ ਵਿੱਚ, ਉਹ 12 ਵਾਰੀ ਆਇਆ ਹੈ। ਸੋ 5 5 10 ਤੇ 2 12, ਠੀਕ ਹੈ। ਇਹ ਹੈ ਸਾਡੀ ਬਾਰੰਬਾਰਤਾ ਵੰਡ ਸਾਰਨੀ। ਹੁਣ ਅਸੀਂ ਬਣਾਉਣਾ ਹੈ ਛੜ ਗ੍ਰਾਫ। ਛੜ ਗ੍ਰਾਫ ਬਣਾਉਣਾ ਹੈ ਉਹ ਅਸੀਂ ਇਸ ਬਾਰੰਬਾਰਤਾ ਵੰਡ ਸਾਰਨੀ ਨੂੰ ਦੇਖ ਕੇ ਬਣਾਵਾਂਗੇ, ਠੀਕ ਹੈ। ਛੜ ਗ੍ਰਾਫ ਬਣਾਉਣ ਲਈ ਸਾਡੇ ਕੋਲ ਕੀ ਹੋਣਾ ਚਾਹੀਦਾ ਆ। ਸਭ ਤੋਂ ਪਹਿਲਾਂ ਅਸੀਂ ਇੱਕ ਹੌਰੀਜ਼ੋਂਟਲ ਲਾਈਨ ਲਗਾਉਂਦੇ ਹਾਂ ਇੱਧਰ ਨੂੰ, ਇੱਕ ਅਸੀਂ ਵਰਟੀਕਲ ਲਾਈਨ ਲਗਾਉਂਦੇ ਹਾਂ,
ठीक है। हुण जिहड़ी हॉरिजोंटल लाइन आ ਉਹਦੇ ਵਿੱਚ ਅਸੀਂ ਇਹ ਦੱਸਣਾ ਹੁੰਦਾ ਆ ਕਿ ਇਹ ਜੋ ਸਾਡੇ ਕੋਲ ਬਾਰੰਬਾਰਤਾ ਵੰਡ ਸਾਰਣੀ ਹੈ ਇਹ ਕਿਸ ਬਾਰੇ ਦੱਸ ਰਹੀ ਹੈ, ਕਿਸ ਚੀਜ਼ ਬਾਰੇ ਦੱਸ ਰਹੀ ਹੈ। ਠੀਕ ਹੈ, ਇਹ ਹੈ ਸਾਡੇ ਕੋਲ ਕਿ ਡਿਪਾਰਟਮੈਂਟਲ ਸਟੋਰ 'ਤੇ ਕੌਣ ਕੌਣ ਆਇਆ ਹੈ। ਠੀਕ ਹੈ, ਮੈਨ ਆਏ ਹਨ, ਵੂਮੈਨ ਆਈਆਂ ਹਨ, ਬॉयਜ਼ ਆਏ ਹਨ ਅਤੇ ਗਰਲਸ ਆਈਆਂ ਹਨ। ਜਦੋਂ ਅਸੀਂ ਇਹਦੇ ਵਿੱਚ ਅਤੇ ਔਰ ਜਿਹੜੀ ਸਾਡੀ ਵਰਟੀਕਲ ਲਾਈਨ ਹੈ, ਵਰਟੀਕਲ ਲਾਈਨ ਦੇ ਵਿੱਚ ਅਸੀਂ ਇਹਦੇ ਵਿੱਚ ਗਿਣਤੀ ਦਿੰਦੇ ਹਾਂ, ਜਿਹੜੀ ਇਹਨਾਂ ਦੀ ਗਿਣਤੀ ਹੈ ਕਿ ਜੋ ਵੀ ਆ ਸਾਡੀ ਬੇਸ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਹੈ ਉਹਦੇ ਬਾਰੇ ਵਿੱਚ ਜਿੰਨੀ ਸੰਖਿਆ ਹੈ ਉਹ ਅਸੀਂ ਉੱਪਰ ਨੂੰ ਲੈ ਕੇ ਜਾਣੀ ਆ ਵਰਟੀਕਲ ਲਾਈਨਸ ਦੇ ਵਿੱਚ। ਠੀਕ ਹੈ, ਹੁਣ ਇਹਦੇ ਵਿੱਚ ਕੀ ਆ ਕਿ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ ਕਿ ਇਹਨਾਂ ਨੂੰ ਜਦੋਂ ਅਸੀਂ ਡਿਵਾਈਡ ਕਰਨਾ ਆ ਸੰਖਿਆ ਨੂੰ, ਅਸੀਂ ਆਪਣੇ ਡਾਟਾ ਦੇ ਅਕੋਰਡਿੰਗਲੀ ਆਪਾਂ ਇਹਨੂੰ ਡਿਵਾਈਡ ਕਰਨਾ ਹੈ। ਠੀਕ ਹੈ, ਨਾ ਇਹ ਜ਼ਿਆਦਾ ਲੰਬਾ ਵੱਡਾ ਹੋਣਾ ਚਾਹੀਦਾ, ਨਾ ਇਹ ਬਹੁਤਾ ਛੋਟਾ ਹੋਣਾ ਚਾਹੀਦਾ। ਅਸੀਂ ਕਨਵੀਨੀਐਂਟਲੀ ਆਪਣੇ ਇਸ ਡਾਟਾ ਤੋਂ ਦੇਖ ਲੈਂਦੇ ਜਿਹੜਾ ਸਾਨੂੰ ਇਹਦੇ ਵਿੱਚ ਦਿੱਤਾ ਗਿਆ। ਠੀਕ ਹੈ, ਇਹਦੇ ਵਿੱਚ ਦੇਖੋ ਲੋਐਸਟ ਨੰਬਰ ਸਾਡਾ 5 ਆ, ਹਾਈਐਸਟ ਨੰਬਰ ਸਾਡਾ 28 ਆ। ਜੇ ਅਸੀਂ ਆਪਣੀਆਂ ਇਹਨਾਂ ਲਾਈਨਸ ਨੂੰ 5-5 ਦਾ ਗੈਪ ਦੇ ਕੇ ਡਿਵਾਈਡ ਕਰੀਏ ਅਤੇ ਸਾਡੇ ਕੋਲ 5 0 ਤੋਂ ਲੈ ਕੇ 5 ਫਿਰ 10 15 20 25 30 ਮੈਕਸੀਮਮ ਸਾਡਾ ਡਾਟਾ ਹੈ 28। ਸੋ ਸਾਡੇ ਕੋਲ 30 ਤੱਕ ਜੋ ਹੈ ਇਹ ਪੂਰਾ ਆ ਜਾਂਦਾ ਹੈ। ਠੀਕ ਹੈ, ਇਹ ਆਪਣੀ ਕਨਵੀਨੀਅੰਸ ਦੇ ਅਕੋਰਡਿੰਗਲੀ ਵੀ ਅਸੀਂ ਦੇਖ ਸਕਦੇ ਹਾਂ। ਠੀਕ ਹੈ, ਨਾ ਇਹ ਜ਼ਿਆਦਾ ਵੱਡਾ ਹੋਣਾ ਚਾਹੀਦਾ ਇਹਦਾ ਗੈਪ, ਨਾ ਹੀ ਇਹਦਾ ਬਹੁਤ ਛੋਟਾ ਹੋਣਾ ਚਾਹੀਦਾ। ਇੰਨਾ ਵੱਡਾ ਨਾ ਹੋਏ ਕਿ ਸਾਡਾ ਜੋ ਅਸੀਂ ਇੱਥੇ ਛੜ ਗ੍ਰਾਫ ਡਰਾ ਕਰਨਾ ਉਹ ਸਾਡਾ ਪੇਜ ਤੋਂ ਵੀ ਬਾਹਰ ਚਲਿਆ ਜਾਵੇ। ਰਾਈਟ, ਇਹਨਾਂ ਚੀਜ਼ਾਂ ਨੂੰ ਥੋੜ੍ਹਾ ਧਿਆਨ ਰੱਖਣਾ ਪੈਂਦਾ ਆ। ਸੋ ਅਸੀਂ ਸਭ ਤੋਂ ਪਹਿਲਾਂ ਕੀ ਕੀਤਾ ਕਿ ਹੁਣ ਸਭ ਤੋਂ ਪਹਿਲਾਂ ਅਸੀਂ ਮੈਨ ਦੇਖਣੇ ਆ ਕਿ ਮੈਨ ਕਿੰਨੇ ਆ। ਮੈਨ ਹੈਗੇ ਨੇ ਸਾਡੇ ਕੋਲ 15। ਹੁਣ ਅਸੀਂ ਕੀ ਕਰਾਂਗੇ ਕਿ ਬੇਸ ਲਾਈਨ ਜੋ ਸਾਡੀ ਇੱਥੇ ਐਕਸ ਐਕਸਿਸ ਅਸੀਂ ਡਰਾ ਕੀਤੀ ਆ ਉਹਦੇ ਵਿੱਚ ਦੇਖਣ ਵਾਲਾ ਇਹ ਹੁੰਦਾ ਕਿ ਜਿਹੜਾ ਇਹਦਾ ਡਿਸਟੈਂਸ ਆ, ਤੁਸੀਂ ਆਪਣੇ ਸਕੇਲ ਦੇ ਨਾਲ ਕੀ ਕਰਨਾ ਹੈ ਇਹਨੂੰ ਕਿ ਸਕੇਲ ਦੇ ਨਾਲ ਜਿੱਥੇ ਤੁਹਾਡੇ 0 1 2 3 ਦਿੱਤੇ ਹੁੰਦੇ ਹਨ ਅਸੀਂ ਉਹਨਾਂ ਨੂੰ ਬਰਾਬਰ ਦੇ ਪੁਆਇੰਟ ਲਗਾ ਲੈਂਦੇ ਹਾਂ ਆਪਣੇ ਸਕੇਲ 'ਤੇ। ਠੀਕ ਹੈ, ਫਿਰ ਤੁਸੀਂ ਇੱਥੋਂ ਆਹ 2 ਅਤੇ 1 ਬਣਾ ਲਓ, ਫਿਰ ਇੰਨਾ ਗੈਪ ਛੱਡ ਦੇਣਾ ਆ, ਫਿਰ ਇਹਦੇ 2 ਉੱਤੇ ਆਹ 2 ਦੇ ਉੱਤੇ ਛੱਡ ਬਣਾਵਾਂਗੇ ਕਿਉਂਕਿ ਸੇਮ ਡਿਸਟੈਂਸ ਆ ਵੀ ਡਿਸਟੈਂਸ ਸੇਮ ਹੋਣੀ ਚਾਹੀਦੀ ਆ। ਠੀਕ ਹੈ, ਔਰ ਇਹਦੀ ਵਿਡਥ ਵੀ ਹਰ ਇੱਕ ਦੀ ਜਿਹੜੀ ਆ ਉਹ ਸੇਮ ਹੋਣੀ ਚਾਹੀਦੀ ਆ। ਆਹ ਡਿਸਟੈਂਸ ਵੀ ਸੇਮ ਹੋਏ ਸਾਰਿਆਂ ਦੀ ਔਰ ਇਹਨਾਂ ਦੀ ਜਿਹੜੀ ਵਿਡਥ ਹੈ ਉਹ ਵੀ ਸੇਮ ਹੋਣੀ ਚਾਹੀਦੀ ਹੈ। ਉਹਦੇ ਲਈ ਅਸੀਂ ਆਪਣੇ ਸਕੇਲ ਨੂੰ ਯੂਜ਼ ਕਰ ਸਕਦੇ ਹਾਂ। ਸਕੇਲ ਦੇ ਵਿੱਚ ਤੁਸੀਂ ਇਕੁਅਲ ਡਿਸਟੈਂਸ ਦੇ ਉੱਤੇ ਇਹਨਾਂ ਨੂੰ ਪੁਆਇੰਟਸ ਲਗਾ ਲਓ, ਫਿਰ ਇੱਕ ਇੱਕ ਨੂੰ ਛੱਡ ਕੇ ਅਸੀਂ ਉਹਨਾਂ ਨੂੰ ਜਿਹੜਾ ਛੜ ਦੇ ਰੂਪ ਦੇ ਵਿੱਚ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਜੋ ਹੈ ਸਾਡਾ ਮੈਨ ਹੈ 15। ਸੋ ਅਸੀਂ ਇੱਥੇ ਪਹਿਲੋਂ ਐਮ ਨੂੰ 15 ਦੀ ਹਾਈਟ ਤੱਕ ਅਸੀਂ ਇੱਕ ਛੜ ਗ੍ਰਾਫ ਬਣਾ ਲਿਆ, ਛੜ ਬਣਾ ਦਿੱਤੀ। ਠੀਕ ਹੈ, ਉਸ ਤੋਂ ਬਾਅਦ ਹੈ 28। 28 ਵਾਸਤੇ ਸਾਡੇ ਕੋਲ ਦੇਖੋ ਕਿੱਥੇ ਆਏਗਾ, 28 ਲਈ 25 ਅਤੇ 30 ਦੇ ਵਿਚਕਾਰ। ਠੀਕ ਹੈ, 25 ਤੋਂ ਥੋੜ੍ਹਾ ਜਿਹਾ ਉੱਚਾ ਅਸੀਂ ਦੇਖ ਲਵਾਂਗੇ ਇੱਥੇ, ਅਤੇ ਇੱਥੇ 28 ਤੱਕ ਦਾ ਸਾਡਾ ਛੜ ਬਣ ਜਾਏਗਾ। ਫਿਰ ਹੈ 5 ਸਾਡਾ ਬਿਲਕੁਲ ਸਿੰਪਲ ਹੈ, ਇੱਥੇ ਆ ਜਾਏਗਾ। ਉਸ ਤੋਂ ਬਾਅਦ ਹੈ 12 ਗਰਲਸ ਦਾ 12 ਹੈ ਅਤੇ 10 ਅਤੇ 15 ਦੇ ਵਿਚਕਾਰ ਲੈ ਲਾਂਗੇ ਅਸੀਂ। ਇਹ ਸਾਡੀ ਇੱਥੇ ਹਾਈਟ, ਇੱਥੋਂ ਤੱਕ ਇਹਦੀ ਹਾਈਟ ਜਿਹੜੀ ਉਹ ਲੈ ਜਾਂਗੇ। ਇਹ ਸਾਡਾ ਗਰਲਸ ਦਾ ਜਿਹੜਾ ਉਹ ਛੜ ਬਣ ਜਾਏਗਾ। ਠੀਕ ਹੈ, ਇਹ ਹੈ ਸਾਡਾ ਛੜ ਗ੍ਰਾਫ। ਬਾਰੰਬਾਰਤਾ ਸਾਰਣੀ ਨੂੰ ਦੇਖ ਕੇ ਜਿਹੜਾ ਅਸੀਂ ਛੜ ਗ੍ਰਾਫ ਬਣਾਉਣਾ ਹੈ। ਇਹ ਵੀ ਤੁਹਾਡਾ 6 ਮਾਰਕਸ ਦਾ ਕੁਐਸਚਨ ਹੈ। ਰਾਈਟ, ਹੁਣ ਅਸੀਂ ਚੱਲਦੇ ਹਾਂ ਆਪਣੇ ਥਰਡ ਕੁਐਸਚਨ ਦੇ ਵਿੱਚ। ਉਹ ਵੀ ਬਿਲਕੁਲ ਸਿੰਪਲ ਹੈ। ਅੰਤਰਾਲਾਂ 30 ਤੋਂ 35, 35 ਤੋਂ 40 ਆਦਿ ਦੀ ਵਰਤੋਂ ਕਰਦੇ ਹੋਏ ਇੱਕ ਜਮਾਤ ਵਿੱਚ 20 ਵਿਦਿਆਰਥੀਆਂ ਦੇ ਭਾਰ ਹੇਠਾਂ ਲਿਖੇ ਅੰਕੜਿਆਂ ਵਿੱਚ ਲਈ ਇੱਕ ਬਾਰੰਬਾਰਤਾ ਵੰਡ ਸਾਰਣੀ ਬਣਾਓ। ਸਾਨੂੰ ਹੁਣ ਡਾਟਾ ਕਿਹਦੇ ਬਾਰੇ ਵਿੱਚ ਦਿੱਤਾ ਗਿਆ ਹੈ ਕਿ 20 ਸਟੂਡੈਂਟਸ ਹਨ, ਉਹਨਾਂ ਦੇ ਵੇਟ ਦਿੱਤੇ ਗਏ ਆ। 20 ਬੱਚਿਆਂ ਦੇ 20 ਵਿਦਿਆਰਥੀਆਂ ਦੇ ਜਿਹੜੇ ਉਹਨਾਂ ਦੇ ਵੇਟ ਹੈ, ਉਹਨਾਂ ਦਾ ਭਾਰ ਜੋ ਹੈ ਉਹ ਕਿਲੋਗ੍ਰਾਮਸ ਦੇ ਵਿੱਚ ਦਿੱਤਾ ਗਿਆ ਹੈ। ਅਸੀਂ ਇਸ ਅੰਕੜੇ ਨੂੰ ਦੇਖ ਕੇ, ਇਹਨਾਂ ਅੰਕੜਿਆਂ ਨੂੰ ਅਸੀਂ ਇਹਨਾਂ ਨੂੰ ਦੇਖ ਕੇ ਇੱਕ ਅਸੀਂ ਬਾਰੰਬਾਰਤਾ ਵੰਡ ਸਾਰਣੀ ਬਣਾਉਣੀ ਹੈ, ਸੇਮ ਜਿਸ ਤਰ੍ਹਾਂ ਅਸੀਂ ਫਸਟ ਕੁਐਸਚਨ ਕੀਤਾ ਸੀਗਾ। ਠੀਕ ਹੈ, ਇੱਥੇ ਵੀ ਸੇਮ ਉਸੇ ਤਰ੍ਹਾਂ ਹੈ। ਹੁਣ ਇਹਦੇ 'ਚ ਦੇਖੋ ਸਾਨੂੰ ਵਰਗ ਅੰਤਰਾਲ ਕੀ ਦਿੱਤੇ ਆ, 30 ਤੋਂ 35, 35 ਤੋਂ 40, 5 ਦਾ ਗੈਪ ਹੈ। ਉਸੇ ਤਰ੍ਹਾਂ ਜੇ ਸਾਡੇ ਕੋਲ ਇਹਨਾਂ ਅੰਕੜਿਆਂ ਦੇ ਵਿੱਚ 30 ਤੋਂ ਥੱਲੜਾ ਕੋਈ ਅੰਕੜਾ ਹੋਏਗਾ ਫਿਰ ਅਸੀਂ ਇਸ ਤੋਂ ਪਿਛਲਾ ਜਿਹੜਾ ਉਹ ਲੈ ਲਾਂਗੇ, ਜਾਂ 40 ਤੋਂ ਵੱਧ ਹੋਏਗਾ ਅਤੇ 40 ਤੋਂ ਅਸੀਂ ਉਹ ਤਾਂ ਸਾਡੇ ਚੱਲਣੇ ਹੀ ਆ। ਠੀਕ ਹੈ, ਉਹ ਕਿਉਂਕਿ ਸਾਨੂੰ 2 ਹੀ ਦਿੱਤੇ ਹਨ, 30 to 40, 35 to 40, ਦੈਨ 40 to 45, 45 to 50 ਲਾਈਕ ਦਿਸ, ਸਾਡਾ ਇੱਦਾਂ ਚੱਲਦਾ ਜਾਏਗਾ।
ठीक है। हुण असीं देखांगे कि सब तो पहलां साडे कोल वर्ग अंतराल, फिर बारंबारता, फिर मिलान चिन्ह। सब तो पहला है 30 तो 35। असीं इहदे विच सारिਆਂ ਵਿੱਚ काउंट करके देखांगे कि 30 तो 35 किन्ने विद्यार्थी हैं जिन्हां दा भार 30 तो 35 ਦੇ ਵਿੱਚ है। फिर देखो असीं इत्थे ਉਹੀ सेम करांगे कि जो 35 ਇੱਥੇ भी आ रहा है, 35 ਇੱਥੇ भी आ रहा है, ਅਸੀਂ 35 ਨੂੰ ਜਿੱਥੇ ਉਸਦੀ ਅਪਰ ਲਿਮਿਟ ਹੈ ਉਹਦੇ ਵਿੱਚ ਕਾਊਂਟ ਕਰਾਂਗੇ ਕਿਉਂਕਿ ਉਹਦੇ ਵਿੱਚ ਉੱਪਰ 30 ਆ ਗਿਆ ਹੈ, ਇਸ ਲਈ ਅਸੀਂ 30, 31, 32, 33 ਤੇ 34 ਰਾਈਟ। ਅਸੀਂ ਉਹਨਾਂ ਨੂੰ ਦੇਖਿਆ ਤੇ ਸਾਡੇ ਕੋਲ ਇੱਥੇ 3 ਵਿਦਿਆਰਥੀ ਐਸੇ ਹਨ, ਤਾਂ ਅਸੀਂ ਇੱਥੇ ਮਿਲਾਨ ਚਿੰਨ੍ਹ ਵੀ 3 ਲਾਈਨਾਂ ਲਗਾ ਲਈਆਂ। ਫਿਰ ਉਸ ਤੋਂ ਬਾਅਦ 35 ਤੋਂ 40, 40 ਇੱਥੇ ਨਹੀਂ ਕਾਊਂਟ ਕਰਾਂਗੇ, 40 ਨੂੰ ਅਸੀਂ ਇੱਥੇ ਕਾਊਂਟ ਕਰਾਂਗੇ, ਇੱਥੇ ਨਹੀਂ ਕਰਾਂਗੇ। ਫਿਰ 35 ਤੋਂ ਲੈ ਕੇ 40 ਦਾ ਜਿਹੜਾ ਵਰਗ ਅੰਤਰਾਲ ਹੈ ਉਹ ਸਾਡੇ ਕੋਲ 4 ਬੱਚੇ ਹਨ, ਇੱਥੇ 4 ਮਿਲਾਨ ਚਿੰਨ੍ਹ ਲਗਾ ਲਏ। ਫਿਰ 40 ਤੋਂ 45 ਦੇਖਣਾ ਹੈ, ਫਿਰ ਉਹਦੇ ਵਿੱਚ 4 ਨੇ, ਫਿਰ ਅਸੀਂ ਇੱਥੇ 4 ਲਾਈਨਾਂ ਲਗਾ ਲਈਆਂ। ਫਿਰ 45 ਤੋਂ 50 ਹੈ, 45 ਤੋਂ 50 ਦੇ ਵਿੱਚ ਸਾਡੇ ਕੋਲ 5 ਬੱਚੇ ਹਨ। ਇੱਥੋਂ ਅਸੀਂ ਸਾਰੇ ਡਾਟੇ ਦੇ ਵਿੱਚੋਂ ਨਾਲ ਨਾਲ ਚੈੱਕ ਕਰੀ ਜਾਣਾ ਹੈ ਅਤੇ 4 ਤੇ 1 5 ਲਾਈਨਾਂ 1 2 3 4 ਐਂਡ 5 ਤੁਹਾਨੂੰ ਪਿਛਲੇ ਕੁਐਸਚਨਸ ਵਿੱਚ ਮੈਂ ਦੱਸ ਚੁੱਕੀ ਹਾਂ ਰਾਈਟ। ਇਸੇ ਤਰ੍ਹਾਂ ਅਸੀਂ ਪੂਰੀ ਜੋ ਹੈ ਇਹਦੀ ਬਾਰੰਬਾਰਤਾ ਵੰਡ ਸਾਰਨੀ ਲਾਸਟ ਤੱਕ ਕੰਪਲੀਟ ਕਰ ਲਾਂਗੇ। ਫਿਰ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਐਡ ਕਰਕੇ ਦੇਖਾਂਗੇ ਕਿ ਇਹ ਸਾਡਾ 20 ਆਉਂਦਾ ਹੈ ਜਾਂ ਨਹੀਂ। ਜੇ 20 ਆ ਗਿਆ ਤਾਂ ਸਾਡਾ ਠੀਕ ਹੋ ਸਕਦਾ ਆ, ਜੇ 20 ਤੋਂ ਵੱਧ ਜਾਂ ਘੱਟ ਹੋਇਆ ਤਾਂ ਸਾਨੂੰ ਇੱਕ ਵਾਰੀ ਫਿਰ ਇਹਨਾਂ ਉੱਤੇ ਚੈੱਕ ਕਰਨਾ ਪਏਗਾ। ਠੀਕ ਹੈ, ਚਲੋ ਹੁਣ ਇਸ ਤੋਂ ਬਾਅਦ ਹੈ ਸਾਡੇ ਕੋਲ ਨੈਕਸਟ ਕੁਐਸਚਨ, 4th ਕੁਐਸਚਨ ਹੈ। ਠੀਕ ਹੈ, 4th ਕੁਐਸਚਨ ਦੇਖੋ ਕੀ ਹੈ। ਪਿਛਲਾ ਤਾਂ ਇਹ ਸੀਗਾ ਕਿ ਤੁਹਾਨੂੰ ਤੁਸੀਂ ਗ੍ਰਾਫ ਬਣਾਉਣੇ ਆ ਜਾਂ ਬਾਰੰਬਾਰਤਾ ਵੰਡ ਸਾਰਨੀ ਬਣਾਉਣੀ ਹੈ। ਤੁਹਾਨੂੰ ਇਸ ਟਾਈਪ ਦਾ ਕੁਐਸਚਨ ਵੀ ਆ ਸਕਦਾ ਹੈ ਕਿ ਇੱਕ ਗ੍ਰਾਫ ਦਿੱਤਾ ਹੋਏਗਾ, ਜਿਸ ਤਰ੍ਹਾਂ ਇਹਦੇ ਵਿੱਚ ਦਿੱਤਾ ਹੈ ਸਾਨੂੰ ਕਿ ਇੱਕ ਗ੍ਰਾਫ ਦਿੱਤਾ ਹੋ ਸਕਦਾ ਆ ਅਤੇ ਉਹਦੇ 'ਤੇ ਬੇਸਡ ਸਾਨੂੰ ਕੁਛ ਕੁਐਸਚਨਸ ਨੇ ਉਹਨਾਂ ਦੇ ਆਨਸਰ ਦੇਣੇ ਹੋਣਗੇ। ਔਰ ਬਿਲਕੁਲ ਸਿੰਪਲ ਹੈ, ਇਹਦੇ ਲਈ ਤੁਹਾਨੂੰ ਗ੍ਰਾਫ ਨੂੰ ਪੜ੍ਹਨਾ ਆਉਣਾ ਚਾਹੀਦਾ ਆ ਕਿ ਗ੍ਰਾਫ ਦੇ ਵਿੱਚ ਸਾਨੂੰ ਕੀ ਇਨਫੋਰਮੇਸ਼ਨ ਜੋ ਹੈ ਉਹ ਦਿੱਤੀ ਗਈ ਹੈ। ਠੀਕ ਹੈ, ਹੁਣ ਇਹ ਜੋ ਗ੍ਰਾਫ ਹੈ ਇਹ ਕੀ ਦਿੱਤਾ ਹੈ ਕਿ ਹੇਠਾਂ ਦਿੱਤੇ ਗ੍ਰਾਫ ਨੂੰ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦੇਵੋ। ਜਦੋਂ ਅਸੀਂ ਗ੍ਰਾਫ ਨੂੰ ਦੇਖਦੇ ਹਾਂ ਅਤੇ ਸਾਡੇ ਕੋਲ ਹੌਰੀਜ਼ੋਂਟਲ ਲਾਈਨ ਦੇ ਵਿੱਚ ਅਤੇ ਵਰਟੀਕਲ ਲਾਈਨ ਦੇ ਵਿੱਚ ਕੀ ਦਿੱਤਾ ਗਿਆ ਹੈ। ਹੌਰੀਜ਼ੋਂਟਲ ਲਾਈਨ ਦੇ ਵਿੱਚ ਦੇਖੋ ਦਿੱਤਾ ਗਿਆ ਕਿ ਇੱਥੇ 2003 ਤੋਂ 4, 2004 ਤੋਂ 5, 5 ਤੋਂ 6, 6 ਤੋਂ 7 ਅਤੇ 7 ਤੋਂ 8 ਇਹ ਕੀ ਦਿੱਤੇ ਗਏ ਹਨ ਵਿਦਿਅਕ ਸਾਲ। ਇੱਧਰ ਦਿੱਤਾ ਗਿਆ ਹੈ ਜਮਾਤ 8ਵੀਂ ਦੇ ਵਿਦਿਆਰਥੀਆਂ ਦੀ ਸੰਖਿਆ। ਸੋ ਸਾਡੇ ਕੋਲ ਇੱਥੇ ਫਸਟ ਕੁਐਸਚਨ ਦਾ ਆਨਸਰ ਇੱਥੇ ਮਿਲ ਜਾਂਦਾ ਸਾਨੂੰ ਕਿ ਇਸ ਛੜ ਗ੍ਰਾਫ ਦੁਆਰਾ ਕੀ ਸੂਚਨਾ ਦਿੱਤੀ ਗਈ ਹੈ। ਇਸ ਛੜ ਗ੍ਰਾਫ ਦੁਆਰਾ ਸਾਨੂੰ ਕਿਸੇ ਪਰਟੀਕੂਲਰ ਕਿਸੇ ਇੱਕ ਜਿਹੜਾ ਖਾਸ ਇੱਕ ਵਿਸ਼ੇਸ਼ ਵਿਦਿਅਕ ਸਾਲ ਦੇ ਵਿੱਚ ਵਿਦਿਆਰਥੀਆਂ ਦੀ 8ਵੀਂ ਕਲਾਸ ਦੇ ਵਿਦਿਆਰਥੀਆਂ ਦੀ ਸੰਖਿਆ ਦੀ ਸੂਚਨਾ ਮਿਲਦੀ ਹੈ। ਠੀਕ ਹੈ, ਇਸ ਛੜ ਗ੍ਰਾਫ ਵਿੱਚ ਸਾਨੂੰ ਕੀ ਮਿਲਦਾ ਹੈ। ਇਸ ਛੜ ਗ੍ਰਾਫ ਵਿੱਚ ਵੱਖ-ਵੱਖ ਵਿਦਿਅਕ ਸਾਲਾਂ ਵਿੱਚ 8ਵੀਂ ਜਮਾਤ ਦੇ ਵਿਦਿਆਰਥੀਆਂ ਦੀ ਜੋ ਹੈ ਸੰਖਿਆ ਦਿੱਤੀ ਗਈ ਹੈ, ਉਸ ਬਾਰੇ ਸਾਨੂੰ ਸੂਚਨਾ ਮਿਲਦੀ ਹੈ। ਇਸ ਛੜ ਗ੍ਰਾਫ ਵਿੱਚ ਵੱਖ-ਵੱਖ ਵਿਦਿਅਕ ਸਾਲਾਂ ਵਿੱਚ 8ਵੀਂ ਜਮਾਤ ਦੇ ਵਿਦਿਆਰਥੀਆਂ ਦੀ ਸੰਖਿਆ ਬਾਰੇ ਸੂਚਨਾ ਦਿੱਤੀ ਗਈ ਹੈ। ਸੋ ਨੈਕਸਟ ਸੈਕਿੰਡ ਕੁਐਸਚਨ ਕੀ ਹੈ ਇਹਦਾ, ਕਿਸ ਸਾਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਵਾਧਾ ਹੋਇਆ ਹੈ। ਇਹਦਾ ਮਤਲਬ ਇਹ ਆ ਕਿ ਅਸੀਂ ਸਾਰੇ ਸਾਲ ਵੇਖਾਂਗੇ। 2003-4 ਦੇ ਵਿੱਚ ਸੀਗੇ ਸਾਡੇ ਕੋਲ 100 ਬੱਚੇ, 4-5 ਦੇ ਵਿੱਚ ਹੋ ਗਏ ਸਾਡੇ ਕੋਲ 200 ਬੱਚੇ। ਸੋ ਇੱਥੇ ਸਾਡੇ ਕੋਲ ਕਿੰਨੇ ਬੱਚਿਆਂ ਦਾ ਵਾਧਾ ਹੋਇਆ, 100 ਵੱਧ ਗਏ। ਉਸ ਤੋਂ ਬਾਅਦ 5-6 ਦੇ ਵਿੱਚ ਸਾਡੇ ਕੋਲ ਹਨ 250 ਬੱਚੇ, 6-7 ਦੇ ਵਿੱਚ ਹਨ ਸਾਡੇ ਕੋਲ 300 ਬੱਚੇ, 7-8 ਦੇ ਵਿੱਚ ਹਨ ਸਾਡੇ ਕੋਲ 350 ਬੱਚੇ। ਠੀਕ ਹੈ, ਇਹਦਾ ਮਤਲਬ ਕਿ ਬਾਕੀਆਂ ਵਾਰੀ ਤਾਂ ਸਾਡੇ ਕੋਲ 50 ਬੱਚੇ ਵਧੇ ਆ ਅਤੇ ਸਾਡੇ ਕੋਲ ਸਭ ਤੋਂ ਵੱਧ ਕਦੋਂ ਵਾਧਾ ਹੋਇਆ 4-5 ਵਿੱਚ। ਪਹਿਲਾਂ 3-4 ਦੇ ਵਿੱਚ 100 ਸੀਗੇ, 4-5 ਵਿੱਚ 200 ਬੱਚੇ ਹੋ ਗਏ। ਇਹਦਾ ਮਤਲਬ ਕਿ ਸਭ ਤੋਂ ਵੱਧ ਜੋ ਹੈ ਸਾਡੇ ਕੋਲ 2004-5 ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਅੱਗੇ ਹੈ 3rd ਕੁਐਸਚਨ, ਕਿਸ ਸਾਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਜਿਸ ਸਾਲ ਦੇ ਵਿੱਚ ਛੜ ਦੀ ਉਚਾਈ ਸਭ ਤੋਂ ਵੱਧ ਹੋਏਗੀ, ਇਹਦੀ ਛੜ ਦੀ ਜਿਸ ਸਾਲ ਦੇ ਵਿੱਚ ਛੜ ਦੀ ਉਚਾਈ ਸਭ ਤੋਂ ਵੱਧ ਹੋਏਗੀ, ਇਹਦਾ ਮਤਲਬ ਕਿ ਉਸ ਸਾਲ ਦੇ ਵਿੱਚ ਜੋ ਹੈ ਸਾਡੀ ਸਭ ਤੋਂ ਵੱਧ ਗਿਣਤੀ ਹੈ। ਸੋ ਸਾਡੇ ਕੋਲ ਸਭ ਤੋਂ ਵੱਧ ਜਿਹੜੀ ਛੜ ਹੈ, ਸਭ ਤੋਂ ਲੰਬੀ ਛੜ ਕਿਹਦੇ ਵਿੱਚ ਹੈ 2007-8 ਦੇ ਵਿੱਚ, 7-8 ਦੇ ਵਿੱਚ 350,
ठीक है, सब तो लंबाई उचाई जिहड़ी है इहदे विच है, इहदा मतलब 207-8 दे विच साडे कोल सब तो वध बच्चों की गिनती है। नैक्सट 4th क्वेश्चन है कि 2005-6 विच विद्यार्थियों की गिनती 3-4 की गिनती तो दुगनी है। हुण असीं देखांगे कि 5-6 दे विच कितनी है साडी गिनती 250, ते 3-4 दे विच कितनी है गिनती 100। ये है 100, ये है 250, की इसका डबल है? नहीं, वो 100 है, वो 250 है, इसलिए ये दुगनी नहीं है। सो ये तो बिल्कुल ईजी क्वेश्चन है, इनू तुसीं बहुत आसानी दे नाल जिहड़ा वो कर सकते हो। नैक्सट देखो असीं 5th क्वेश्चन की है। छुट्टियां के दिनों में एक खास समाज के विद्यार्थियों द्वारा प्रतिदिन टैलीविजन देखने के समय नूं दिते गए ग्राफ राहीं दर्शाया गया है। हेठ लिखे प्रश्नों के असीं उत्तर देने हैं। सानूं एक ग्राफ दिता गया है इहदे विच और असीं क्वेश्चनस के आंसर देने हैं। फर्स्ट क्वेश्चन की है, हुण सानूं असीं पहलां देखिए कि सानूं ग्राफ 'च दिता गया की है कि इहदे विच आ कि हर रोज़ देखे गए टीवी दे घंटे की दिता इहदे विच कि कुछ विद्यार्थी ने जिमें उन्होंने हर रोज़ जो है किन्ने घंटे टीवी देखा। हुण ये जो है साडा आयत चित्र है, ये देखो आयत चित्र दे देखो आयत बिल्कुल नाल नाल बने हुए हैं, इनू असीं आयत चित्र कहने आ। जिहड़ा छड़ ग्राफ हुंदा है पिछे वो तुसीं देखिया कि जो छड़ हैं वो अलग अलग बने हुंदे हैं। ठीक है, सो इहदे विच असीं वर्ग अंतराल नूं किस तरीके दे नाल लैंदे आ, क्योंकि आह जिहड़ा 2 है, ठीक है, 1 ते 2 राइट, आ जो आयत है 1 तो लैके 2 तक का है, अगला जो आयत है वो 2 तो लैके 3 तक का है। ठीक है, अगला आयत जो है वो 3 तो 4 तक है, फिर 4 तो 5 है, फिर 5 तो 6 है, फिर 6 तो 7 है। ये वर्ग अंतराल असीं इन्हां नूं इस तरीके दे नाल लैंदे आ। राइट, हुण इधरले पासे दिती है सानूं वर्टिकल लाइन वाले पासे कि विद्यार्थियों की संख्या मीनस कि 1 तो 2 घंटे किन्ने विद्यार्थियों ने देखा 4, 2 तो 3 किन्नियां ने देखा 8। सो इस तरह असीं इस ग्राफ नूं पढ़ांगे। क्वेश्चन हैगे ने साडे, क्वेश्चन है फर्स्ट क्वेश्चन की है, सब तो वध विद्यार्थियों ने किन्ने घंटे टीवी देखा। असीं ये देखना आ कि सब तो वध विद्यार्थियों ने किन्ने घंटे टीवी देखा, मीनस कि सब तो वध विद्यार्थी कित्थे आ रहे हैं साडे कोल 32 विद्यार्थियों का ग्राफ जो है इत्थे आ रहा। हुण ये जो ग्राफ है ये साडे किस वर्ग अंतराल च फॉल कर रहा है, 4 तो 5 दे विच। ठीक है, 4 तो शुरू होया ते 5 तक गया है, इसका मतलब कि 4 तो 5 घंटे जो है टीवी सब तो वध विद्यार्थियों ने देखा है। ठीक है, 4 तो 5 घंटे सब तो वध विद्यार्थियों ने टीवी देखा। उस तो बाद नैक्सट है सैकेंड क्वेश्चन है, 4 घंटे तो घट समय तक किन्ने विद्यार्थियों ने टीवी देखा। हुण 4 घंटे तो घट मीनस असीं इधर वाले देखांगे 1 तो 2, 2 तो 3, 3 तो 4। हुण 3 तो 4 का मतलब ये नहीं कि पूरे 4 ही, 3 तो 4 दे विच, दैट मीनस कि इत्थों तक जिन्ने बच्चे हैं। ठीक है, मीनस कि 4 ये हो गए, उस तो बाद 8 ये हो गए। हुण आ जो हैं 3 तो 4 वाले हैं, ये है साडे कोल 24 ते 20 दे विचकार, मीनस कि इत्थे साडे कोल 22 बच्चे हैं। 4 पहला, 8 फिर ते 22 उस तो अगले, साडे कोल टोटल बच्चे किन्ने आ गए 34। सो 34 विद्यार्थियों ने 4 घंटे तक जिहड़ा है वो टीवी देखा। नैक्सट है, किन्ने विद्यार्थियों ने टीवी देखण विच 5 घंटे तो ज़्यादा समा बिताया। मीनस कि 5 घंटे तो वध, 4 तो 5 नहीं, 5 तो वध। वो है साडे कोल उस तरह ही असीं चैक करांगे कि किन्ने विद्यार्थी हैं जिन्हां ने 5 घंटे तो वध जिहड़ा है वो टीवी देखा। हुण 5 घंटे तो अगे, ठीक है, 5 तो 6 मीनस 8 आ हो गए, तो उस तो बाद 7 बच्चे जिहड़े हैं इहदे विचकार आ रहे हैं, 4 ते 8 दे। हुण 8 साडे ए हो गए बच्चे, उस तो बाद 6 ए हो गए, तो 14 विद्यार्थियों ने 5 घंटे तो वध जिहड़ा है वो टीवी देखा है। ठीक है, ये सी साडा 5th क्वेश्चन। नैक्सट आपां देखते हाँ 6th क्वेश्चन। 6th क्वेश्चन दे विच की हैगा आ, दिते गए आय चित्र नूं देखो अते हेठां दिते प्रश्नां दे उत्तर दिओ। हुण इहदे विच की आ, इह 'च सानूं ग्राफ दिता होया वा। ठीक है, ग्राफ नूं देख के असीं क्वेश्चनस नूं
ਉਹਨਾਂ ਦੇ ਆਨਸਰ ਦੇਣੇ ਹਨ। ਇਹ ਸਭ ਤੋਂ ਈਜ਼ੀ ਹੁੰਦਾ ਆ, ਸਿਰਫ ਤੁਹਾਨੂੰ ਗ੍ਰਾਫ ਨੂੰ ਪੜ੍ਹਨਾ ਆਉਣਾ ਚਾਹੀਦਾ ਆ। ਹੁਣ ਇਹ 'ਚ ਦੇਖੋ ਗ੍ਰਾਫ ਸਾਨੂੰ ਕਿਸ ਤਰੀਕੇ ਦਾ ਦਿੱਤਾ ਹੋਇਆ ਵਾ। ਗ੍ਰਾਫ ਦੇ ਵਿੱਚ ਦਿੱਤਾ ਆ ਕਿ ਇੱਥੇ ਦਿੱਤੀ ਹੈ ਸਾਨੂੰ ਉਚਾਈ ਸੈਂਟੀਮੀਟਰਾਂ 'ਚ, ਇੱਥੇ ਦਿੱਤੀ ਆ ਵਿਦਿਆਰਥੀਆਂ ਦੀ ਸੰਖਿਆ। ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਇੱਥੇ ਥੋੜ੍ਹਾ ਜਿਹਾ ਸਾਨੂੰ ਚੇਂਜ ਆ, ਇੱਥੇ ਸਾਡੀ ਸਿੱਧੀ ਲਾਈਨ ਨਹੀਂ ਆ। ਸਿੱਧੀ ਲਾਈਨ ਨਾ ਹੋਣ ਦਾ ਮਤਲਬ ਇਹ ਇੱਥੇ ਥੋੜ੍ਹਾ ਜ਼ਿਗ ਜ਼ੈਗ ਕੀਤਾ ਗਿਆ ਆ। ਜੇ ਅਸੀਂ ਆਪਣੇ ਗ੍ਰਾਫ ਨੂੰ ਧਿਆਨ ਨਾਲ ਦੇਖੀਏ ਤਾਂ ਇੱਥੇ ਸਾਡੇ ਕੋਲ 125 ਤੋਂ 30, ਫਿਰ 130 ਤੋਂ 35, 40, 45, 50, ਇਹ 'ਚ ਸਾਰਾ ਡਿਫਰੈਂਸ ਜੋ ਹੈ ਸਾਡਾ 5 ਦਾ ਆ ਰਿਹਾ। ਬਟ ਇੱਥੇ ਜੋ ਡਿਫਰੈਂਸ ਹੈ 0 ਤੋਂ 125 ਦਾ ਹੈ। 0 ਤੋਂ 125 ਦੇ ਵਿੱਚ ਕੀ ਆ ਕਿ ਸਾਡੇ ਕੋਲ ਇਹਦਾ ਮੀਨਸ ਕਿ ਸਾਡੇ ਕੋਲ ਇੱਕ ਅੰਤਰਾਲ ਤੇ ਹੈਗੇ ਆ, ਬਟ ਇਹਦਾ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆ। ਸੋ ਅਸੀਂ ਇਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਹੈ ਨਾ ਹੋਣ ਕਰਕੇ ਅਸੀਂ ਇਹਦੇ ਵਿੱਚ ਜ਼ਿਗ ਜ਼ੈਗ ਲਗਾ ਦਾਂਗੇ ਕਿ ਇਹਦੀ ਸਾਡੀ ਇਨਫੋਰਮੇਸ਼ਨ ਨਹੀਂ ਆ। ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਹੈਗੀ ਆ ਉਹਦੀ ਅਸੀਂ ਗ੍ਰਾਫ ਜਿਹੜਾ ਉਹ ਬਣਾ ਲਵਾਂਗੇ। ਠੀਕ ਹੈ। ਸੋ ਇਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਕੀ ਹੈ, ਕੁਐਸਚਨ ਪੁੱਛਿਆ ਗਿਆ ਆ ਕਿ ਇਸ ਆਇਤ ਚਿੱਤਰ ਦੁਆਰਾ ਕੀ ਸੂਚਨਾ ਦਿੱਤੀ ਜਾ ਰਹੀ ਹੈ। ਸੋ ਅਸੀਂ ਦੱਸ ਦੇਵਾਂਗੇ ਕਿ ਇਹਦੇ ਵਿੱਚ ਜਮਾਤ 8ਵੀਂ ਦੀਆਂ ਲੜਕੀਆਂ ਦੀ ਉਚਾਈ ਜੋ ਹੈ ਉਹ ਸੈਂਟੀਮੀਟਰਾਂ ਵਿੱਚ ਦਿਖਾਈ ਗਈ ਹੈ। ਠੀਕ ਹੈ। ਨੈਕਸਟ ਅੱਗੇ ਕੁਐਸਚਨ ਹੈ ਕਿ ਕਿਸ ਵਰਗ ਵਿੱਚ ਸਭ ਤੋਂ ਵੱਧ ਲੜਕੀਆਂ ਹਨ। ਸਭ ਤੋਂ ਵੱਧ ਲੜਕੀਆਂ ਕਿੱਥੇ ਹਨ? 7 ਲੜਕੀਆਂ ਹਨ। ਤਾਂ 7 ਲੜਕੀਆਂ ਜਿਹੜੀਆਂ ਨੇ ਉਹ ਸਾਡੇ ਕੋਲ ਕਿਹੜੇ ਵਰਗ ਅੰਤਰਾਲ ਦੇ ਵਿੱਚ ਆ ਰਹੀਆਂ ਨੇ, ਕਿਹੜੇ ਗੁੱਟ ਵਿੱਚ ਫਾਲ ਕਰਦੀਆਂ ਨੇ? 7 ਜੋ ਹੈ ਇੱਥੇ 140 ਤੋਂ 145 ਤੱਕ ਦੀਆਂ। ਠੀਕ ਹੈ। ਨੈਕਸਟ ਅੱਗੇ ਅਸੀਂ ਦੇਖਾਂਗੇ ਕਿੰਨੀਆਂ ਲੜਕੀਆਂ ਦੀ ਲੰਬਾਈ 145 ਸੈਂਟੀਮੀਟਰ ਜਾਂ ਉਸ ਤੋਂ ਜ਼ਿਆਦਾ ਹੈ। ਅਸੀਂ ਹੁਣ 145 ਸੈਂਟੀਮੀਟਰ ਔਰ ਉਸ ਤੋਂ ਜ਼ਿਆਦਾ ਵਾਲੀਆਂ ਲੜਕੀਆਂ ਦੀ ਜਿਹੜੀ ਹੈ ਉਹ ਗਿਣਤੀ ਦੇਖਾਂਗੇ। ਠੀਕ ਹੈ। ਕਿੰਨੀਆਂ ਲੜਕੀਆਂ ਦੀ ਜਿਹੜੀ ਹੈ ਲੰਬਾਈ 145 ਜਾਂ ਉਸ ਤੋਂ ਜ਼ਿਆਦਾ ਹੈ। ਹੁਣ 145 ਤੋਂ ਜ਼ਿਆਦਾ ਜਿਹੜੀ ਹੈ ਉਹ ਅਸੀਂ ਦੇਖਾਂਗੇ ਕਿ 7 ਲੜਕੀਆਂ ਦੀ ਜਿਹੜੀ ਲੰਬਾਈ ਆ 145 ਤੋਂ ਵੱਧ ਹੈ। ਕਿਸ ਤਰ੍ਹਾਂ ਵੱਧ ਹੈ? ਦੇਖੋ 145 ਤੋਂ ਅੱਗੇ ਸਾਡੇ ਕੋਲ 4 ਇੱਥੇ, 2 ਇੱਥੇ, 1 ਇੱਥੇ। ਠੀਕ ਹੈ। 7 ਲੜਕੀਆਂ ਆ ਜਾਣਗੀਆਂ ਜਿਨ੍ਹਾਂ ਦੀ 145 ਤੋਂ ਵੱਧ ਜੋ ਹੈ 145 ਸੈਂਟੀਮੀਟਰ ਤੋਂ ਵੱਧ ਉਚਾਈ ਜੋ ਹੈ ਕਿੰਨੀਆਂ ਲੜਕੀਆਂ ਦੀ ਹੈ? 7 ਲੜਕੀਆਂ ਦੀ। ਠੀਕ ਹੈ। ਨੈਕਸਟ ਕੁਐਸਚਨ ਹੈ ਜੇਕਰ ਅਸੀਂ ਲੜਕੀਆਂ ਨੂੰ ਹੇਠਾਂ ਦਿੱਤੀਆਂ ਸ਼੍ਰੇਣੀਆਂ ਦੇ ਵਿੱਚ ਵੰਡ ਦਈਏ, ਜੇਕਰ ਅਸੀਂ ਲੜਕੀਆਂ ਨੂੰ ਹੇਠਾਂ ਦਿੱਤੀਆਂ 3 ਸ਼੍ਰੇਣੀਆਂ ਦੇ ਵਿੱਚ ਵੰਡੀਏ ਤਾਂ ਹਰੇਕ ਸ਼੍ਰੇਣੀ ਵਿੱਚ ਕਿੰਨੀਆਂ ਲੜਕੀਆਂ ਹੋਣਗੀਆਂ? ਹੁਣ ਗਰੁੱਪ ਏ ਦੇ ਵਿੱਚ ਕਿਹੜੀਆਂ ਕੜੀਆਂ ਨੇ ਜਿਨ੍ਹਾਂ ਦੀ 150 ਸੈਂਟੀਮੀਟਰ ਜਾਂ ਉਸ ਤੋਂ ਜ਼ਿਆਦਾ ਹੈ? ਹੁਣ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਸਾਡੇ ਗ੍ਰਾਫ ਦੇ ਵਿੱਚ 150 ਸੈਂਟੀਮੀਟਰ ਜਾਂ ਉਸ ਤੋਂ ਜ਼ਿਆਦਾ ਕਿੰਨੀਆਂ ਲੜਕੀਆਂ ਦੀ ਜਿਹੜੀ ਉਹ ਹਾਈਟ ਹੈ ਗਰੁੱਪ ਏ ਦੇ ਵਿੱਚ? 150 ਜਾਂ ਉਸ ਤੋਂ ਜ਼ਿਆਦਾ। ਹੁਣ ਜੇ ਆਪਾਂ ਗ੍ਰਾਫ ਦੇ ਵਿੱਚ ਦੇਖੀਏ ਤਾਂ 150 ਇੱਥੇ ਆ ਅਤੇ ਸਾਡੇ ਕੋਲ ਆਹ ਜਿਹੜੀਆਂ ਲੜਕੀਆਂ ਨੇ 150 ਤੋਂ 155 ਅਤੇ 155 ਤੋਂ 160 ਮੀਨਸ 2 ਅਤੇ 1 3 ਲੜਕੀਆਂ ਇਹੋ ਜਿਹੀਆਂ ਹਨ ਜਿਨ੍ਹਾਂ ਦੀ ਸਾਡੀ ਉਚਾਈ ਹੈ ਉਹ ਜਿਹੜੀ 150 ਜਾਂ ਉਸ ਤੋਂ ਵੱਧ ਹੈ। ਇਸੇ ਤਰ੍ਹਾਂ ਅਸੀਂ 140 ਸੈਂਟੀਮੀਟਰ ਜਾਂ ਉਸ ਤੋਂ ਜ਼ਿਆਦਾ ਪਰ 150 ਤੋਂ ਘੱਟ ਮੀਨਸ ਕਿ 140 ਅਤੇ 150 ਦੇ ਵਿਚਕਾਰ ਅਸੀਂ ਦੇਖਾਂਗੇ ਆਪਣੇ ਗ੍ਰਾਫ ਤੋਂ, ਉਹ ਸਾਡੀਆਂ 11 ਲੜਕੀਆਂ ਬਣ ਜਾਣਗੀਆਂ। ਅਤੇ ਜਿਹੜੀ 140 ਤੋਂ ਘੱਟ ਹੈ ਉਹ ਵੀ ਅਸੀਂ ਇਸੇ ਤਰ੍ਹਾਂ 140 ਤੋਂ ਘੱਟ ਵਾਲੀਆਂ ਅਸੀਂ ਦੇਖ ਲਾਂਗੇ ਇੱਥੇ ਮੀਨਸ ਕਿ ਜਿਹੜੀਆਂ 140 ਤੋਂ ਘੱਟ ਆ ਰਹੀਆਂ ਹਨ ਅਤੇ ਸਾਡੀਆਂ ਇੱਧਰ ਵਾਲੀਆਂ ਆ ਰਹੀਆਂ ਨੇ 3 2 5 ਤੇ 1 6 ਔਰ ਇੱਧਰੋਂ ਸਾਡੀ 145 ਤੋਂ ਘੱਟ ਬਣ ਗਈਆਂ ਸਾਡੀਆਂ ਗਰੁੱਪ ਸੀ ਦੇ ਵਿੱਚ 6 ਲੜਕੀਆਂ। ਠੀਕ ਹੈ। ਇਹ ਹੈ ਸਾਡੇ ਕੋਲ ਕੁਐਸਚਨ ਨੰਬਰ 6। ਨੈਕਸਟ ਹੈ ਸਾਡੇ ਕੋਲ ਕੁਐਸਚਨ ਨੰਬਰ 7। ਠੀਕ ਹੈ। ਹੁਣ ਕੁਐਸਚਨ ਨੰਬਰ 7 ਕੀ ਆ? ਕੁਐਸਚਨ ਨੰਬਰ 7 ਦੇ ਵਿੱਚ ਤੁਸੀਂ ਦੇਖੋ ਕਿ ਸਾਡੇ ਕੋਲ ਇੱਕ ਪਾਈ ਚਾਰਟ ਆ ਗਿਆ। ਠੀਕ ਹੈ। ਹੁਣ ਪਾਈ ਚਾਰਟ ਜਿਹੜਾ ਹੈਗਾ ਆ ਉਹ ਸਾਡਾ ਸਰਕਲ ਦੇ ਵਿੱਚ ਚੱਲਦਾ ਆ। ਠੀਕ ਹੈ। ਸਰਕਲ ਦੇ ਵਿੱਚ ਕੀ ਆ, ਤੁਸੀਂ ਸਭ ਤੋਂ ਮੇਨ ਇਹਦੇ ਵਿੱਚ ਧਿਆਨ ਰੱਖਣਾ ਕਿ ਇਹਦਾ ਜਿਹੜਾ ਸੈਂਟਰ ਐਂਗਲ ਹੈ, ਇਹਦਾ ਜਿਹੜਾ ਕੇਂਦਰੀ ਕੋਣ ਹੈ ਉਹ ਕਿੰਨੇ ਡਿਗਰੀ ਦਾ ਹੁੰਦਾ ਆ? 360 ਡਿਗਰੀ ਦਾ ਹੁੰਦਾ ਹੈ। ਠੀਕ ਹੈ। ਹੁਣ ਅਸੀਂ ਇਹਨੂੰ ਕੁਐਸਚਨ ਦੇਖਦੇ ਹਾਂ ਕਿ ਇਹਦਾ ਕੁਐਸਚਨ ਕੀ ਹੈ। ਕਿਸੇ ਸ਼ਹਿਰ ਦੇ ਜਵਾਨ ਵਿਅਕਤੀਆਂ ਦੇ ਇੱਕ ਗੁੱਟ ਦਾ ਇਹ ਜਾਣਨ ਲਈ ਸਰਵੇ ਕੀਤਾ ਗਿਆ ਕਿ ਉਹ ਕਿਸ ਪ੍ਰਕਾਰ ਦਾ ਸੰਗੀਤ ਪਸੰਦ ਕਰਦੇ ਹਨ। ਹੁਣ ਇਸ ਚਾਰਟ ਦੇ ਵਿੱਚ ਪਾਈ ਚਾਰਟ ਦੇ ਵਿੱਚ ਜੋ ਹੈ ਦੱਸਿਆ ਇਹ ਗਿਆ ਆ ਕਿ ਕਿਸ ਤਰ੍ਹਾਂ ਦੇ ਉਹ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਸੰਗੀਤ ਪਸੰਦ ਹੈ।
ठीक है। 40% जो जवान हैं उन्होंने मनोरंजन अच्छा लगता है, तो 20% जो हैं उन्होंने उप शास्त्री संगीत अच्छा लगता है, और जो 10% है वो सानू वो शास्त्री संगीत जिहड़ा हैं उन्होंने पसंद करते हैं, तो जो 30% है आदमी वो सानू फोक सॉन्ग यानी कि लोक संगीत उन्होंने जिहड़ा आ वो अच्छा लगता है। ठीक है। हुण फस्ट क्वेश्चन की हैगा आ, फस्ट क्वेश्चन हैगा आ, जेकर 20 व्यक्ति, हुण क्वेश्चन आपां ध्यान नाल देखांगे, जेकर 20 व्यक्ति शास्त्रीय संगीत पसंद करते हैं तां कुल किन्ने जवान व्यक्तियों का सर्वेखण किया गया। हुण असीं टोटल लभणे आ। ठीक है। क्वेश्चन हैगा आ कि जेकर 20 व्यक्ति शास्त्रीय संगीत पसंद करते हैं ਤਾਂ ਕੁੱਲ ਕਿੰਨੇ ਜਵਾਨ ਵਿਅਕਤੀ ਦਾ ਸਰਵੇਖਣ ਕੀਤਾ ਗਿਆ। ਹੁਣ ਅਸੀਂ ਸ਼ਾਸਤਰੀ ਸੰਗੀਤ ਦੀ ਦੇਖਾਂਗੇ ਕਿ ਸਾਨੂੰ ਪਰਸੈਂਟੇਜ ਕਿੰਨੀ ਦਿੱਤੀ ਹੋਈ ਆ। ਸ਼ਾਸਤਰੀ ਸੰਗੀਤ ਦੀ ਪਰਸੈਂਟੇਜ ਦਿੱਤੀ ਹੋਈ ਹੈ 10%, ਮੀਨਸ ਕਿ 100 ਵਿੱਚੋਂ 10। ਠੀਕ ਹੈ। ਜੇ 100 ਵਿੱਚੋਂ 10 ਜਿਹੜੇ ਨੇ ਉਹ ਸ਼ਾਸਤਰੀ ਸੰਗੀਤ ਪਸੰਦ ਕਰਦੇ ਆ, ਤੇ ਜੇਕਰ ਸਾਡੇ ਕੋਲ 20 ਵਿਅਕਤੀ ਉਹਨਾਂ ਦੀ ਗਿਣਤੀ ਦਿੱਤੀ ਆ, ठीक है, सो इनू ही सॉल्व करके देखांगे कि शास्त्रीय संगीत की प्रतिशत कितनी है, 10% है, तो प्रश्न अनुसार शास्त्रीय संगीत पसंद करने वाले व्यक्तियों की संख्या कितनी दी हुई सानू 20। ਇਹਦਾ मतलब कि कोई ਇਹੋ ਜਿਹੀ क्वांटिटी है जिसका 10% जो है वो 20 व्यक्ति बनते हैं। ठीक है। सो असी ਇਹਦੇ ਵਿੱਚੋਂ ਇਹ पता करांगे कि किन्ने व्यक्ति 1% किन्ने हो जाएंगे, फिर वह 20/10। जेकर साडी किसी क्वांटिटी का जोड़ा 10% 20 होवे, तो जे 1% तो फिर की बन जाएगा 20/10, तो 2 व्यक्ति बन जाएंगे। तो जे सानू 100% दिती होवे तो 2 गुणा 100 करके असी 200 व्यक्ति। इसका मतलब कि 200 व्यक्ति इहो जिहे हैं जिन्हां दा सर्वेखण किया गया है। हुण इत्थे साडे कोल एक क्वांटिटी असी फाइंड आउट कर ली कि टोटल किन्ने व्यक्ति सीगे जिन्हां दा इह सर्वेखण किया गया है, 200 व्यक्ति सीगे। हुण 200 व्यक्तियों दे विच्चों 10% जिहड़े ने 20 व्यक्ति बन गए, उन्होंने शास्त्रीय संगीत पसंद है। ठीक है। नैक्सट अगला क्वेश्चन हैगा सैकेंड है, किस तरह का संगीत सब तो ज़्यादा लोगों द्वारा पसंद किया जाता है। हुण वो तुसीं इत्थों भी असीं सीधा लभ सकते हैं। ठीक है, कि सब तो वध जिहदी परसेंटेज सब तो वध होएगी, इहदा मतलब कि वो सब तो वध व्यक्तियों की गिनती है जिहड़ा वो पसंद करते हैं। इहदा मतलब कि मनोरंजन जो है वो सब तो वध व्यक्तियों द्वारा पसंद किया जाता है। ठीक है, वो असीं उत्थों ही पता कर लिया ग्राफ तो। थर्ड है क्वेश्चन, जे कोई कैसेट कंपनी 1000 CD बनावे तो वो हरेक तरह दियाँ किन्नियां सीडीज़ जिहड़ी आ वो बनावेगी। हुण साडे कोल कुल जिहड़ी सीडीज़ की गिनती किन्नी आ उन्ने बनाउणी आ कि 1000 सीडीज़ असीं बनाउणीਆਂ ने। ਉਹਦੇ ਲਈ ਅਸੀਂ ਕੀ ਕਰਾਂਗੇ कि उन्होंने कहा कि हर एक तरह की जिहड़ी आ वो CD किन्नियां सीडीज़ बननगियां, हर एक तरह दी। कुल सीडीज़ किन्नियां बनाउणीਆਂ ने उन्होंने 1000। शास्त्रीय संगीत जिहड़े ने साडे कोल 100 विचों, क्योंकि वो 10% जिहड़े ने वो व्यक्ति शास्त्रीय संगीत पसंद करते थे। मीनस 100 विचों 10 व्यक्ति जेकर साडा शास्त्रीय संगीत पसंद करते हैं, तो जेकर वो 1000 होण तो किन्नियां सीडीज़ बन जाएंगियां, फिर इन्हूं असीं कैंसल कर लांगे तो 100 सीडीज़ बननगियां। ठीक है। इस तरह ही असीं उप शास्त्रीय संगीत जो है, उप शास्त्रीय संगीत किन्ने जाने करते सी पसंद, साडे 20%। सो असीं 100 विचों 20, तो जे 100 CD बनाउणियां होण तो साडे कोल 200 सीडीज़। सेम इस तरह लोक संगीत की 30% सी, मनोरंजन की 40% सीगी। तो साडे कोल ये वक्रे वक्रे संगीत दीयां जिहड़ियां ने सीडीज़ 100, 200, 300, 400। ठीक है, ये साडियां टोटल सीडीज़ बन जाणगियां। ये सी साडा पाई चार्ट दे नाल रिलेटिड फस्ट क्वेश्चन। नैक्सट अगला है, ये भी साडा पाई चार्ट दे नाल रिलेटिड है। ਇਹਦੇ ਵਿੱਚ ਕੀ ਹੈ, ਨਾ ਦਿੱਤਾ ਗਿਆ ਪਾਈ ਚਾਰਟ ਇੱਕ ਵਿਦਿਆਰਥੀ ਦੁਆਰਾ ਵੱਖ-ਵੱਖ ਵਿਸ਼ਿਆਂ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਦਰਸਾਉਂਦਾ ਹੈ। ਕੋਈ ਵਿਦਿਆਰਥੀ ਹੈ ਜਿਹਦੇ ਗਣਿਤ ਵਿੱਚੋਂ ਉਹਦੇ ਇਹ ਸੈਂਟਰਲ ਐਂਗਲ ਦੇਖੋ, ਸਾਨੂੰ ਕੀ ਦਿੱਤਾ ਹੈ ਕਿ 90 ਡਿਗਰੀ ਦਿੱਤਾ ਹੈ, 65 डिग्री दिता है, 80 डिग्री है, 70 डिग्री है, 55 डिग्री है। ये सानू केंद्री कोण के माप दिते हैं, तो मैथ का उहदा असीं देखना आ कि उन्हें अंक प्राप्त किन्ने कीते हैं। ठीक है, जे उस विद्यार्थी द्वारा प्राप्त किए गए कुल अंक 540 हैं तो प्रश्नों के उत्तर दिओ। फस्ट क्वेश्चन की है साडा, फस्ट क्वेश्चन है,
ਕਿਸੇ ਵਿਸ਼ੇ ਵਿੱਚ ਉਸ ਵਿਦਿਆਰਥੀ ਨੇ 105 ਅੰਕ ਪ੍ਰਾਪਤ ਕੀਤੇ। ਹੁਣ ਅਸੀਂ ਦੇਖਣਾ ਇਹ ਹੈਗਾ ਕਿ 105 ਅੰਕ ਜਿਹੜੇ ਨੇ ਉਹ ਕਿਸ ਵਿਸ਼ੇ ਵਿੱਚੋਂ ਪ੍ਰਾਪਤ ਕੀਤੇ ਹਨ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਅਸੀਂ ਹਰ ਇੱਕ ਵਿਸ਼ੇ ਦੇ ਜਿਹੜੇ ਨੇ ਨਾ ਉਹ ਪਤਾ ਕਰਾਂਗੇ ਕਿ ਹਰ ਇੱਕ ਵਿਸ਼ੇ ਦੇ ਵਿੱਚੋਂ ਉਸਨੇ ਕਿੰਨੇ ਅੰਕ ਪ੍ਰਾਪਤ ਕੀਤੇ ਹਨ। ਉਹ ਅਸੀਂ ਕੇਂਦਰੀ ਕੋਣ ਦੀ ਮਦਦ ਦੇ ਨਾਲ ਕਰਾਂਗੇ। ਠੀਕ ਹੈ, ਹੁਣ ਦੇਖੋ ਸਭ ਤੋਂ ਪਹਿਲਾਂ ਅਸੀਂ ਗਣਿਤ ਤੋਂ ਸ਼ੁਰੂ ਕਰਦੇ ਹਾਂ ਕਿ ਟੇਬਲ ਬਣਾ ਲਿਆ ਅਸੀਂ, ਵਿਸ਼ਾ, ਕੇਂਦਰੀ ਕੋਣ, ਫਿਰ ਪ੍ਰਾਪਤ ਕੀਤੇ ਅੰਕ। ਪਹਿਲੋਂ ਆ ਗਿਆ ਗਣਿਤ। ਗਣਿਤ ਦਾ ਕੋਣ ਕਿੰਨਾ ਹੈ ਸਾਡਾ ਇੱਥੇ 90 ਡਿਗਰੀ ਦਾ, ਕੇਂਦਰੀ ਕੋਣ ਉਹਦਾ 90 ਡਿਗਰੀ ਹੈ। ਸੋ ਹੁਣ ਜਿਹੜਾ 90 ਡਿਗਰੀ ਹੈ, ਕਿਉਂਕਿ ਸਰਕਲ ਦਾ ਜਿਹੜਾ ਟੋਟਲ ਐਂਗਲ ਹੈ ਉਹ ਹੈ 360 ਡਿਗਰੀ। 360 ਦੇ ਵਿੱਚੋਂ ਗਣਿਤ ਨੂੰ ਉਹਨੇ 90 ਦੇ ਦਿੱਤੇ ਆ। ਠੀਕ ਹੈ, ਤੇ ਜੇਕਰ ਉਹਦੇ ਕੁੱਲ ਅੰਕ 540 ਹੋਣ ਤਾਂ ਫਿਰ ਉਹਨੂੰ ਗਣਿਤ ਨੂੰ ਕਿੰਨੇ ਅੰਕ ਮਿਲਣਗੇ। ਇਹ ਹੈ ਡਿਗਰੀਜ਼ ਦੇ ਅਕੋਰਡਿੰਗਲੀ ਅਸੀਂ ਕੁੱਲ ਅੰਕਾਂ ਦੇ ਵਿੱਚੋਂ ਪਤਾ ਕਰਨੇ ਹਨ। ਇਸ ਲਈ ਪਹਿਲਾਂ ਅਸੀਂ ਉਹਦਾ ਇਸ ਤਰੀਕੇ ਦੇ ਨਾਲ ਪਤਾ ਕਰਾਂਗੇ ਕਿ ਗਣਿਤ ਦਾ 90 ਡਿਗਰੀ ਦਾ ਕੋਣ ਹੈ, ਮੀਨਸ ਕਿ 90/360 ਗੁਣਾ 540। ਇਹਨੂੰ ਸੋਲਵ ਕਰਕੇ ਆ ਗਿਆ 135। ਇਹਦਾ ਮਤਲਬ ਕਿ 540 ਦੇ ਵਿੱਚੋਂ 135 ਅੰਕ ਉਹਦੇ ਗਣਿਤ ਦੇ ਹਨ। ਇਸੇ ਤਰ੍ਹਾਂ ਸਮਾਜਿਕ ਵਿਗਿਆਨ 360 ਦੇ ਵਿੱਚੋਂ 65, ਠੀਕ ਹੈ, ਔਰ 540 ਦੇ ਵਿੱਚੋਂ ਉਹਦੇ 97.5 ਨੰਬਰ ਆਏ। ਨੈਕਸਟ ਇਸੇ ਤਰ੍ਹਾਂ ਵਿਗਿਆਨ ਦਾ ਵੀ 80 ਡਿਗਰੀ ਦਾ ਕੋਣ ਬਣਿਆ ਵਾ, ਤੇ ਅਸੀਂ 80/360 ਗੁਣਾ 540 ਕਰਕੇ ਕੱਢ ਲਾਂਗੇ, 120 ਆ ਜਾਏਗਾ ਅੰਕ ਉਹਦੇ। ਹਿੰਦੀ ਦਾ 70 ਡਿਗਰੀ ਦਾ ਐਂਗਲ ਬਣਿਆ ਹੈ। ਠੀਕ ਹੈ, ਸੋ ਉਹਦੇ ਇਸੇ ਤਰ੍ਹਾਂ ਕਰਕੇ ਕਿ 360 ਦੇ ਵਿੱਚੋਂ 70 ਡਿਗਰੀ ਦਾ ਕੋਣ ਹਿੰਦੀ ਦਾ ਹੈ, ਤੇ 540 ਵਿੱਚੋਂ ਉਹਨੂੰ ਕਿੰਨੇ ਅੰਕ ਪ੍ਰਾਪਤ ਹੋਏ, 105 ਆ ਗਏ। ਇਸੇ ਤਰ੍ਹਾਂ ਇੰਗਲਿਸ਼ ਦੇ ਉਹਦੇ ਅੰਕ ਹਨ 82.5। ਸੋ ਇਹ ਜੋ ਹਨ ਸਾਡੇ ਕੋਲ ਉਹਦੇ ਸਾਰੇ ਅੰਕ ਪ੍ਰਾਪਤ ਹੋ ਗਏ। ਹੁਣ ਇਹਨਾਂ ਅੰਕਾਂ ਨੂੰ ਵੇਖ ਕੇ ਤੇ ਅਸੀਂ ਆਪਣੇ ਕੁਐਸਚਨ ਦੇ ਜਿਹੜੇ ਨੇ ਆਨਸਰ ਉਹ ਦੇ ਸਕਦੇ ਹਾਂ। ਫਸਟ ਕੁਐਸਚਨ ਕੀ ਹੈਗਾ, ਕਿਸ ਵਿਸ਼ੇ ਵਿੱਚ ਉਸਨੇ 105 ਅੰਕ ਪ੍ਰਾਪਤ ਕੀਤੇ? ਹਿੰਦੀ ਵਿੱਚ। ਸਾਡਾ ਆਨਸਰ ਆ ਗਿਆ ਹਿੰਦੀ। ਉਸ ਤੋਂ ਬਾਅਦ ਹੈ ਉਸ ਵਿਦਿਆਰਥੀ ਨੇ ਗਣਿਤ ਵਿੱਚ ਹਿੰਦੀ ਨਾਲੋਂ ਕਿੰਨੇ ਅੰਕ ਵੱਧ ਪ੍ਰਾਪਤ ਕੀਤੇ? ਹੁਣ ਗਣਿਤ ਵਿੱਚ ਉਹਦੇ ਕਿੰਨੇ ਹਨ 135। ਠੀਕ ਹੈ, ਗਣਿਤ ਦੇ ਉਹਦੇ ਅੰਕ ਹਨ 135। ਅਸੀਂ ਪਤਾ ਕਰਨਾ ਹੈ ਕਿ ਉਹਨੇ ਮੈਥ ਦੇ ਵਿੱਚ ਹਿੰਦੀ ਨਾਲੋਂ ਕਿੰਨੇ ਅੰਕ ਵੱਧ ਪ੍ਰਾਪਤ ਕੀਤੇ। ਸੋ ਇਹਨੂੰ ਅਸੀਂ ਮਾਈਨਸ ਕਰ ਲਾਂਗੇ, 135 ਵਿੱਚ 105 ਮਾਈਨਸ ਕਰ ਲਵਾਂਗੇ। ਠੀਕ ਹੈ, 135 ਮਾਈਨਸ 105 30 ਅੰਕ ਆ ਗਏ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਆ, ਨੈਕਸਟ ਕੁਐਸਚਨ ਥਰਡ ਹੈਗਾ ਆ, ਪੜਤਾਲ ਕਰੋ ਕਿ ਸਮਾਜਿਕ ਵਿਗਿਆਨ ਅਤੇ ਗਣਿਤ ਵਿੱਚ ਪ੍ਰਾਪਤ ਕੀਤੇ ਗਏ ਅੰਕਾਂ ਦਾ ਜੋੜ। ਹੁਣ ਕਿਹੜੇ ਅੰਕਾਂ ਦਾ ਜੋੜ? ਸਮਾਜਿਕ ਵਿਗਿਆਨ ਅਤੇ ਗਣਿਤ, ਠੀਕ ਹੈ, ਇਹਨਾਂ ਦਾ ਜੋੜ। ਅਸੀਂ ਸਮਾਜਿਕ ਦੇ ਤੇ ਜੋ ਗਣਿਤ ਦੇ ਹਨ ਇਹਨਾਂ ਨੂੰ ਜੋੜ ਲਵਾਂਗੇ। ਇਹਨਾਂ ਦਾ ਜੋੜ ਵਿਗਿਆਨ ਅਤੇ ਹਿੰਦੀ ਦੇ ਅੰਕਾਂ ਦੇ ਜੋੜ ਤੋਂ ਜ਼ਿਆਦਾ ਹੈ। ਠੀਕ ਹੈ, ਅਸੀਂ ਇਹ ਦੇਖਣਾ ਕਿ ਇਹਨਾਂ ਦੋਵਾਂ ਵਿਸ਼ਿਆਂ ਦਾ ਜਿਹੜਾ ਜੋੜ ਹੈ ਉਹਦੇ ਤੋਂ ਜ਼ਿਆਦਾ ਹੈ। ਸੋ ਇਹਨਾਂ ਨੂੰ ਵੀ ਜੋੜ ਲਿਆ ਤੇ ਇਹਨਾਂ ਨੂੰ ਵੀ ਜੋੜ ਲਿਆ, ਤੇ ਅਸੀਂ ਚੈੱਕ ਕਰ ਲਿਆ ਕਿ ਵਾਕਿਆ ਹੀ ਉਹਨਾਂ ਦੋਵਾਂ ਵਿਸ਼ਿਆਂ ਦਾ ਜੋੜ ਜੋ ਹੈ ਦੂਸਰੇ ਦੋ ਵਿਸ਼ਿਆਂ ਦੇ ਅੰਕਾਂ ਦੇ ਜੋੜ ਨਾਲੋਂ ਵੱਧ ਹੈ। ਠੀਕ ਹੈ, ਇਹ ਸੀ ਸਾਡਾ 8th ਕੁਐਸਚਨ। ਨੈਕਸਟ ਅੱਗੇ ਹੈਗਾ ਸਾਡਾ 9th ਕੁਐਸਚਨ। ਹੁਣ 9th ਕੁਐਸਚਨ ਜੋ ਹੈ ਬੇਟੇ ਇਹ ਤੁਸੀਂ ਥੋੜ੍ਹਾ ਆਪ ਸੋਲਵ ਕਰਕੇ ਦੇਖੋ ਤਾਂ ਕਿ ਤੁਹਾਨੂੰ ਥੋੜ੍ਹੀ ਜਿਹੀ ਪ੍ਰੈਕਟਿਸ ਵੀ ਜਿਹੜੀ ਹੈ ਉਹਦੀ ਹੋ ਜੇ। ਇਹ 'ਚ ਕੁਐਸਚਨ ਕੋਈ ਇੰਨਾ ਔਖਾ ਨਹੀਂ ਆ, ਇਹਨੂੰ ਤੁਸੀਂ ਪੜ੍ਹੋਗੇ, ਕੁਐਸਚਨਸ ਦੇ ਆਨਸਰ ਦੇਣੇ ਆ। ਇਸੇ ਤਰ੍ਹਾਂ ਤੁਸੀਂ ਪ੍ਰਤੀਸ਼ਤ ਮੀਨਸ ਕਿ ਪ੍ਰਤੀਸ਼ਤ ਦੇ ਵਿੱਚ ਦਿੱਤੇ ਆ। ਪ੍ਰਤੀਸ਼ਤ ਮੀਨਸ ਕਿ ਜਿਵੇਂ ਆ ਸਪੋਜ਼ ਕਰੋ ਸਾਡਾ ਤੁਹਾਡਾ ਬਚਤ ਹੀ ਆ, ਬਚਤ ਜੋ ਹੈ 15%। 15% ਮੀਨਸ ਕਿ 15/100। ਠੀਕ ਹੈ, 15/100 ਅਤੇ ਕੁੱਲ ਦੇ ਵਿੱਚੋਂ ਤੁਸੀਂ ਆਪ ਪਹਿਲਾਂ ਜਿਹੜਾ ਉਹ ਕੱਢੋਗੇ। ਇਹ ਤੁਸੀਂ ਆਪਣੇ ਆਪ ਸੋਲਵ ਕਰਕੇ ਦੇਖਣਾ ਹੈ। ਤਾਂ ਤੁਹਾਨੂੰ ਅਸਾਈਨਮੈਂਟਸ ਜਿਹੜੀਆਂ ਜਾ ਰਹੀਆਂ ਸੀ ਪਹਿਲਾਂ ਮੈਥਸ ਦੀਆਂ, ਉਹਦੇ ਵਿੱਚ ਵੀ ਤੁਹਾਨੂੰ ਇਹ ਸੋਲਵ ਕਰਵਾ ਚੁੱਕੇ ਹਾਂ। ਸੋ ਤੁਸੀਂ ਉਹਨਾਂ ਨੂੰ ਵੀ ਇੱਕ ਵਾਰੀ ਦੇਖ ਸਕਦੇ ਹੋ, ਹੈਲਪ ਲੈ ਸਕਦੇ ਹੋ ਉੱਥੋਂ ਵੀ। ਨੈਕਸਟ ਹੈ ਸਾਡਾ 10th ਕੁਐਸਚਨ। 10th ਕੁਐਸਚਨ ਹੈ, ਇੱਕ ਖਾਸ ਦਿਨ ਕਿਸੇ ਬੇਕਰੀ ਦੀ ਦੁਕਾਨ ਵਿੱਚ ਹੋਈ ਵੱਖ-ਵੱਖ ਵਸਤੂਆਂ ਦੀ ਵਿਕਰੀ ਰੁਪਇਆਂ ਵਿੱਚ ਦਿੱਤੀ ਗਈ ਹੈ। ਸਾਨੂੰ ਜਿਹੜਾ ਹੈ ਆ ਟੇਬਲ ਦਿੱਤਾ ਗਿਆ ਹੈ। ਠੀਕ ਹੈ, ਇਹਦੇ ਵਿੱਚ ਹੈਗਾ ਆ ਕਿ ਇੱਕ ਬੇਕਰੀ ਦੀ ਦੁਕਾਨ ਦੇ ਉੱਤੇ ਬ੍ਰੈਡ 320 ਰੁਪਏ ਦੀ ਵਿਕੀ ਹੈ। ਠੀਕ ਹੈ, ਫਰੂਟ ਬ੍ਰੈਡ ਜਿਹੜੀ ਆ 80 ਰੁਪਏ ਦੀ ਵਿਕੀ ਆ। ਕੇਕ ਐਂਡ ਪੇਸਟਰੀ 160 ਰੁਪਏ ਦੇ ਵਿਕੇ ਹਨ। ਬਿਸਕਿਟ 120 ਦੇ ਵਿਕੇ ਹਨ, ਅਤੇ ਹੋਰ ਛੋਟਾ ਮੋਟਾ ਸਮਾਨ ਜੋ ਹੈ ਉਹ 40 ਰੁਪਏ ਦਾ ਵਿਕਿਆ ਹੈ। ਸੋ ਟੋਟਲ ਵਿਕਰੀ ਕਿੰਨੀ ਹੈ ਉਸਦੀ? 720 ਰੁਪਏ ਦੀ ਜੋ ਹੈ ਉਹ ਸੇਲ ਹੋਈ ਆ ਉਸਦੀ ਇੱਕ ਦਿਨ ਦੇ ਵਿੱਚ। ਠੀਕ ਹੈ, ਅਸੀਂ ਕੁਐਸਚਨ ਕੀ ਕਰਨੇ ਆ, ਉਹਨਾਂ ਨੇ ਕਿਹਾ ਕਿ ਇਹਨਾਂ ਅੰਕੜਿਆਂ ਲਈ ਇੱਕ ਪਾਈ ਚਾਰਟ ਬਣਾਓ।
ਪਾਈ ਚਾਰਟ ਤੁਸੀਂ ਇਹਨਾਂ ਅੰਕੜਿਆਂ ਨੂੰ ਦੇਖ ਕੇ ਹੁਣ ਬਣਾਉਣਾ ਹੈ। ਪਿੱਛੇ ਸੀਗੇ ਕਿ ਤੁਹਾਨੂੰ ਪਾਈ ਚਾਰਟ ਦਿੱਤਾ ਹੋਇਆ ਸੀ ਤੇ ਤੁਸੀਂ ਕੁਐਸਚਨ ਦੇ ਆਨਸਰ ਦਿੱਤੇ ਸੀ। ਹੁਣ ਹੈ ਕਿ ਤੁਹਾਨੂੰ ਅੰਕੜੇ ਦਿੱਤੇ ਗਏ ਹਨ, ਉਹਨਾਂ ਨੂੰ ਦੇਖ ਕੇ ਅਸੀਂ ਪਾਈ ਚਾਰਟ ਬਣਾਉਣਾ। ਪਾਈ ਚਾਰਟ ਬਣਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਜੋ ਹੈ ਤੁਹਾਡੇ ਜਿਹੜਾ ਚੱਕਰ ਹੈ ਉਸ ਦੇ ਕੇਂਦਰੀ ਕੋਣ ਪਤਾ ਹੋਣੇ ਚਾਹੀਦੇ ਹਨ ਹਰ ਇੱਕ ਮੱਧ ਦੇ। ਉਹਦੇ ਲਈ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਅਸੀਂ ਇੱਕ ਟੇਬਲ ਬਣਾਵਾਂਗੇ। ਵਸਤੂ ਤੇ ਵਿਕਰੀ ਆਪਾਂ ਸਾਰੇ ਲਿਖ ਦਿੱਤੀ। ਆਮ ਬ੍ਰੈਡ 320 ਦੇ, ਬਿਸਕਿਟ 120, ਕੇਕ ਪੇਸਟਰੀ 160, ਫਰੂਟ 80 ਤੇ ਹੋਰ 40। ਉਸ ਤੋਂ ਬਾਅਦ ਅਸੀਂ ਕੀ ਕਰਨਾ ਆ ਕਿ ਇਹਦਾ ਦੇਖਣਾ ਆ ਕਿ ਇਹਨੂੰ ਆਹ ਜਿਹੜੀ ਸਾਰੀ ਇਹਦੀ ਸੇਲ ਹੈ ਇਹਨਾਂ ਨੂੰ ਸਾਡੇ ਚੱਕਰ ਦੇ ਵਿੱਚ ਕਿੰਨਾ ਪੋਰਸ਼ਨ ਜਿਹੜਾ ਮਿਲਦਾ ਆ, ਯਾਨੀ ਕਿ 360 ਡਿਗਰੀ ਜੋ ਹੈ ਉਹਨਾਂ ਨੂੰ ਉਸ ਨੂੰ ਮਤਲਬ 360 ਡਿਗਰੀ ਨੂੰ ਅਸੀਂ ਇਸ ਹਰ ਇੱਕ ਵਿੱਚ ਡਿਵਾਈਡ ਕਰਨਾ ਹੈ। ਮੀਨਸ ਕਿ ਉਹਨਾਂ ਨੂੰ ਜੋੜ ਕੇ ਸਾਡਾ ਫਿਰ 360 ਡਿਗਰੀ ਆਵੇ। ਅਸੀਂ ਇਹਨਾਂ ਦੇ ਕੇਂਦਰੀ ਕੋਣ ਪਤਾ ਕਰਨੇ। ਹੁਣ ਕੇਂਦਰੀ ਕੋਣ ਅਸੀਂ ਕਿਵੇਂ ਪਤਾ ਕਰਾਂਗੇ, ਦੇਖੋ ਜੋ 320 ਹੈ ਇਸ ਦਾ ਟੋਟਲ ਕੀ ਕਿ ਇਹ ਸਾਡਾ 720 ਦੇ ਵਿੱਚੋਂ 320 ਹੋਇਆ ਸੀ ਨਾ ਉਹਦੀ ਵਿਕਰੀ ਆਮ ਬ੍ਰੈਡ ਦੀ। ਟੋਟਲ ਜੋ ਹੈ ਇਹ ਸਾਡੀ ਇੱਥੇ 720 ਦੀ ਵਿਕਰੀ ਹੋਈ, 720 ਦੇ ਵਿੱਚੋਂ 320 ਹੋਈ ਆ, ਠੀਕ ਹੈ। ਔਰ ਅਸੀਂ ਇਹਨੂੰ ਡਿਵਾਈਡ ਕਰਨਾ ਹੈ 360 ਵਿੱਚ। ਜੇਕਰ ਕੁੱਲ ਜੋ ਹੈ ਦੇਖੋ ਇਹਦੀ ਇੱਕ ਕਿਸਮ ਸਾਡੀ ਇਕਾਈ ਲੱਗ ਜਾਂਦੀ ਆ। ਜੇਕਰ ਸਾਡੇ ਕੋਲ ਕੁੱਲ 720 ਹੈ ਤੇ ਉਸ ਨੂੰ ਕਿੰਨਾ ਮਿਲਿਆ ਹੈ 320। ਜੇ 1 ਹੈ ਤੇ 320 ਬਟਾ 720 ਤੇ ਅਸੀਂ 360 ਨੂੰ ਡਿਵਾਈਡ ਕਰਨਾ ਹੈ। ਤੇ ਜੇਕਰ ਇਹਦੇ ਵਿੱਚ 360 ਕਰ ਦਈਏ ਗੁਣਾ ਤੇ ਉਹ ਹੀ ਸੋਲਵ ਕਰ ਲਈਏ ਤੇ ਸਾਡੇ ਕੋਲ ਆ ਜਾਏਗਾ 160 ਡਿਗਰੀ, ਠੀਕ ਹੈ। ਅਸੀਂ ਇਹਨੂੰ ਕੇਂਦਰੀ ਕੋਣ ਜੋ ਹੈ ਆਮ ਬ੍ਰੈਡ ਦਾ ਕੇਂਦਰੀ ਕੋਣ 160 ਡਿਗਰੀ ਬਣ ਗਿਆ। ਇਸੇ ਤਰ੍ਹਾਂ ਬਿਸਕਿਟ 120 ਹੈ, ਇਹ 720 ਵਿੱਚੋਂ 120 ਰੁਪਏ ਦੇ ਬਿਸਕਿਟ ਜਿਹੜੇ ਨੇ ਉਹ ਵਿਕੇ ਹਨ। ਤੁਸੀਂ ਇਹਨੂੰ ਦੂਸਰੇ ਤਰੀਕੇ ਨਾਲ ਇਹਨੂੰ ਚਲੋ ਕੈਂਸਲ ਕਰ ਲਓ, 1/6 ਆ ਗਿਆ। 1/6 ਨੂੰ ਅਸੀਂ 360 ਦੇ ਨਾਲ ਜਿਹੜਾ ਹੈ ਮਲਟੀਪਲਾਈ ਕਰਕੇ ਤੇ ਉਹਦਾ ਪੋਰਸ਼ਨ ਲੈਣਾ ਹੈ ਕਿ 360 ਵਿੱਚੋਂ ਬਿਸਕਿਟ ਨੂੰ ਕਿੰਨਾ ਪੋਰਸ਼ਨ ਮਿਲੇਗਾ, ਕਿੰਨਾ ਡਿਗਰੀ ਜਿਹੜਾ ਹੈ ਬਿਸਕਿਟ ਨੂੰ ਪ੍ਰਾਪਤ ਹੋਏਗਾ। ਉਹ ਸਾਨੂੰ ਕੈਂਸਲ ਕਰਕੇ ਸੋਲਵ ਕਰਕੇ 60 ਡਿਗਰੀ ਆ ਜਾਏਗਾ। ਸੋ ਇਸ ਤਰੀਕੇ ਦੇ ਨਾਲ ਜੋ ਆਮ ਬ੍ਰੈਡ ਦੇ ਹਨ ਉਹ ਸਾਡੇ ਕੋਲ ਹੋ ਗਿਆ 160 ਡਿਗਰੀ, ਫਿਰ ਬਿਸਕਿਟ ਦਾ ਪੋਰਸ਼ਨ ਹੋ ਗਿਆ 60 ਡਿਗਰੀ, ਸੇਮ ਕੇਕ ਐਂਡ ਪੇਸਟਰੀ ਦਾ 80 ਡਿਗਰੀ, ਫਰੂਟ ਬ੍ਰੈਡ ਦਾ 40 ਡਿਗਰੀ ਤੇ ਹੋਰ ਦਾ 20 ਡਿਗਰੀ। ਜਦੋਂ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਐਡ ਕਰਕੇ ਦੇਖਾਂਗੇ ਤੇ ਇਹ ਸਾਡਾ 360 ਡਿਗਰੀ ਹੋਏਗਾ। ਇਹ ਹੁਣ ਸਾਡੇ ਕੋਲ ਹਰ ਇੱਕ ਮੱਧ ਦੇ ਕੇਂਦਰੀ ਕੋਣ ਆ ਗਏ, ਠੀਕ ਹੈ। ਹੁਣ ਅਸੀਂ ਆਪਣਾ ਇੱਕ ਪਹਿਲਾਂ ਚੱਕਰ ਡਰਾ ਕਰਾਂਗੇ। ਸਭ ਤੋਂ ਪਹਿਲਾਂ ਇੱਕ ਚੱਕਰ ਡਰਾ ਕੀਤਾ, ਉਹਦਾ ਸੈਂਟਰ ਲਗਾ ਲਿਆ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਕਿ ਵਾਰੀ-ਵਾਰੀ ਹਰ ਇੱਕ ਨੂੰ ਆਪਣੀ ਪ੍ਰੋਟੈਕਟਰ ਦੇ ਨਾਲ ਡੀ ਦੇ ਨਾਲ ਡੀ ਨੂੰ ਜਿਹੜਾ ਉਹਦੀ ਜਿਹੜਾ ਜਦੋਂ ਅਸੀਂ ਐਂਗਲ ਬਣਾਉਂਦੇ ਹਾਂ ਜਿਹੜਾ ਉਹਦਾ ਮਿਡ ਪੁਆਇੰਟ ਆ ਸੈਂਟਰ ਪੁਆਇੰਟ ਹੁੰਦਾ ਉਹਨੂੰ ਅਸੀਂ ਇਹਦੇ 'ਤੇ ਰੱਖਾਂਗੇ ਆਪਣੇ ਆਹ ਵਾਲੇ ਦੇ ਉੱਤੇ, ਠੀਕ ਹੈ। ਜਿਹੜਾ ਇਹ ਸਾਡਾ ਉਹ ਹੈ ਕੇਂਦਰ ਹੈ, ਚੱਕਰ ਦਾ ਕੇਂਦਰ ਹੈ ਤੇ ਅਸੀਂ ਕੋਈ ਇੱਕ ਲਾਈਨ ਲਗਾ ਲਾਂਗੇ, ਕੋਈ ਵੀ ਇੱਕ, ਠੀਕ ਹੈ। ਕੋਈ ਇੱਕ ਲਾਈਨ ਲਗਾ ਕੇ ਚਾਹੇ ਜਿੱਧਰਲੀ ਮਰਜ਼ੀ ਸਾਈਡ 'ਤੇ ਲਗਾ ਲਓ ਔਰ ਜਿਹੜਾ ਮਰਜ਼ੀ ਐਂਗਲ ਪਹਿਲਾਂ ਬਣਾਉਣਾ ਸ਼ੁਰੂ ਕਰ ਦਿਓ। ਸਪੋਜ਼ ਕਰੋ ਮੈਂ ਤੁਹਾਨੂੰ ਇਸ ਡਾਇਗਰਾਮ ਦੇ ਅਕੋਰਡਿੰਗਲੀ ਹੀ ਦੱਸਦੀ ਹਾਂ ਕਿ ਸਭ ਤੋਂ ਪਹਿਲਾਂ ਮੰਨ ਲਓ ਕਿ ਅਸੀਂ 160 ਡਿਗਰੀ ਦਾ ਹੀ ਬਣਾਉਣਾ ਹੈ। ਸੋ ਅਸੀਂ ਇੱਥੇ ਸਪੋਜ਼ ਕਰੋ ਕਿ ਅਸੀਂ ਆਹ ਲਾਈਨ ਲਗਾ ਲਈ ਆ, ਠੀਕ ਹੈ। ਆਹ ਇੱਥੇ ਸੈਂਟਰ ਹੈ, ਇਹ ਲਾਈਨ ਲਗਾ ਲਈ। ਅਸੀਂ ਆਪਣੀ ਡੀ ਨੂੰ ਅਸੀਂ ਪ੍ਰੋਟੈਕਟਰ ਨੂੰ ਇਹਦੇ ਉੱਪਰ ਰੱਖਾਂਗੇ, ਠੀਕ ਹੈ। ਅਸੀਂ ਆਪਣੀ ਡੀ ਨੂੰ ਇਸ ਦੇ ਉੱਪਰ ਰੱਖਾਂਗੇ। ਅਸੀਂ ਇਹ ਮੰਨਾਂਗੇ ਕਿ ਇਹ ਜੋ ਹੈ ਸਾਡੀ ਬੇਸ ਲਾਈਨ ਹੈ। ਪ੍ਰੋਟੈਕਟਰ ਨੂੰ ਰੱਖ ਕੇ ਜਿੱਥੇ 160 ਡਿਗਰੀ ਆਉਂਦਾ ਹੈ ਉਹਦੇ ਅੱਗੇ ਅਸੀਂ ਪੁਆਇੰਟ ਲਗਾ ਕੇ ਇਹਦਾ ਅਸੀਂ ਐਂਗਲ 160 ਡਿਗਰੀ ਦਾ ਬਣਾ ਲਾਂਗੇ। ਉਸ ਤੋਂ ਬਾਅਦ ਕੀ ਕਰਾਂਗੇ, ਅਸੀਂ ਇਹਨੂੰ ਬੇਸ ਲਾਈਨ ਲਵਾਂਗੇ। ਜੋ ਨੈਕਸਟ 160 ਵਾਲੀ ਆਈ ਹੈ ਉਹਨੂੰ ਬੇਸ ਲਾਈਨ ਲੈ ਲਓ। ਬੇਸ ਲਾਈਨ ਉੱਤੇ ਫਿਰ ਪ੍ਰੋਟੈਕਟਰ ਰੱਖ ਕੇ ਸੇਮ ਉੱਥੇ ਆਹ ਸੈਂਟਰ ਪੁਆਇੰਟ ਰੱਖਣਾ ਆ। ਫਿਰ ਅਸੀਂ 60 ਡਿਗਰੀ ਦਾ ਐਂਗਲ ਬਣਾ ਲਾਂਗੇ। ਜਾਂ ਇਸ ਡਾਇਗਰਾਮ ਦੇ ਵਿੱਚ ਜੋ ਹੈ ਪਹਿਲਾਂ 20 ਡਿਗਰੀ ਦਾ ਬਣਾਇਆ ਗਿਆ ਹੈ। ਸਪੋਜ਼ ਅਸੀਂ ਚਲੋ 160 ਤੋਂ ਅਸੀਂ ਉੱਧਰ ਨੂੰ ਚੱਲ ਪੈਂਦੇ ਹਾਂ, 60 ਡਿਗਰੀ ਬਣਾਉਣੇ ਆ, ਠੀਕ ਹੈ। 160 ਡਿਗਰੀ ਤੋਂ ਬਾਅਦ ਜਦੋਂ ਸਾਡਾ ਆ 160 ਦਾ ਬਣ ਗਿਆ ਫਿਰ ਅਸੀਂ ਇੱਥੇ ਪ੍ਰੋਟੈਕਟਰ ਰੱਖ ਕੇ ਤੇ ਅਸੀਂ 20 ਦੇ ਅੱਗੇ ਲਗਾ ਲਾਂਗੇ ਤੇ ਫਿਰ ਉਹ 20 ਵਾਲੀ ਲਾਈਨ ਲਗਾ ਲਾਂਗੇ, ਠੀਕ ਹੈ। ਫਿਰ ਇਹਨੂੰ ਬੇਸ ਲਾਈਨ ਲੈ ਲਿਆ ਤੇ ਪ੍ਰੋਟੈਕਟਰ ਰੱਖ ਕੇ ਸੈਂਟਰ ਪੁਆਇੰਟ ਇੱਥੇ ਲੈ ਕੇ 40 ਡਿਗਰੀ ਦਾ ਲਗਾ ਲਿਆ। ਫਿਰ 40 ਡਿਗਰੀ ਦੀ ਲਾਈਨ ਲਾ ਲਈ ਅਸੀਂ ਇੱਧਰ ਨੂੰ, ਠੀਕ ਹੈ। ਜਦੋਂ 40 ਡਿਗਰੀ ਦੀ ਲਾਈਨ ਇਹ ਵਾਲੀ ਸਾਡੀ ਲੱਗ ਜਾਣੀ ਆ ਇੱਧਰੋਂ,
ठीक है। जो 40 डिग्री की ये वाली लाइन लग गई, फिर असी इनू बेस लाइन लैके इत्थे डी रख के अपनी, फिर असी 80 डिग्री का जोड़ा आ वो लगा लिया, फिर असी इनू बेस लाइन ले लिया, फिर अं 60 डिग्री का रह गया, इत्थे बना के साडे पूरे एंगल जिहड़े ने इस तरीके नाल बन जाणगे। मतलब ये हैगा आ कि तुसी कोई भी इन्हां विचों कन्वीनियंटली एक एंगल जो है वो पहलों बना लेना है, कोई भी एक अर्ध व्यास खिंच के कोई भी एंगल, ठीक है। एक असी बेस लाइन लैके ਉਹਦੇ ਉੱਤੇ कोई भी एक ਅਸੀਂ ਪਹਿਲਾਂ 60 डिग्री ਦਾ ਸਪੋਜ਼ ਆਪਾਂ ਬਣਾ ਲੈਂਦੇ ਹਾਂ, ਉਸ ਤੋਂ ਅੱਗੇ ਅੱਗੇ ਚੱਲੀ ਜਾਓ 60 डिग्री, ਫਿਰ ਤੁਸੀਂ 160 ਬਣਾ ਲਓ, ਫਿਰ ਇਹਨੂੰ ਬੇਸ ਲਾਈਨ ਲੈ ਕੇ 120 ਬਣਾ ਲਓ, ਫਿਰ ਬੇਸ ਲਾਈਨ ਲੈ ਕੇ 40 ਬਣਾ ਲਿਆ, ਫਿਰ ਬੇਸ ਲਾਈਨ ਲੈ ਕੇ 80 ਬਣਾ ਲਿਆ, ठीक है। मीनस कि ਜਿਹੜੀ ਅਸੀਂ ਲਾਈਨ ਇੱਕ ਖਿੱਚ ਲੈਣੀ ਆ ਉਹਨੂੰ ਬੇਸ ਲਾਈਨ ਲੈ ਕੇ ਉਸ ਤੋਂ ਅੱਗੇ ਕੋਈ ਵੀ ਐਂਗਲ ਜਿਹੜਾ ਉਹ ਲੈ ਲਓਗੇ। ਉਸ ਤੋਂ ਬਾਅਦ ਅਸੀਂ ਸਾਰਾ ਇਹ ਲਿਖ ਦੇਵਾਂਗੇ ਕਿ ਇਹ ਆਮ ਬ੍ਰੈਡ ਦਾ ਹੈ, ਇਹ ਬਿਸਕਿਟ ਦਾ ਹੈ, ਇਹ ਪੇਸਟਰੀ ਦਾ ਹੈ, ਇਹ ਫਰੂਟ ਬ੍ਰੈਡ ਦਾ ਹੈ, ਇਹ ਹੋਰ ਦਾ ਹੈ। ਇਹ ਹੈ ਸਾਡਾ ਤਰੀਕਾ ਨੂੰ ਬਣਾਉਣ ਦਾ, ਜਿਹੜਾ ਪਾਈ ਚਾਰਟ ਬਣਾਉਣ ਦਾ, ਠੀਕ ਹੈ। ਉਸ ਤੋਂ ਬਾਅਦ ਕੁਐਸਚਨ ਹੈਗਾ ਆ 11ਵਾਂ ਕੁਐਸਚਨ ਕੀ ਹੈਗਾ ਆ 360 ਵਿਅਕਤੀਆਂ ਦੇ ਇੱਕ ਗੁੱਟ ਵਿੱਚ 3 ਰੁੱਤਾਂ ਵਰਖਾ, ਸਰਦੀ ਅਤੇ ਗਰਮੀ ਵਿੱਚ ਮਨਪਸੰਦ ਰੁੱਤਾਂ ਲਈ ਵੋਟ ਨੂੰ ਦਰਸਾਇਆ ਗਿਆ ਹੈ। ਸਾਨੂੰ ਹੁਣ ਇਹਦੇ ਵਿੱਚ ਟੇਬਲ 'ਚ ਕੀ ਦਿੱਤਾ ਹੈ ਕਿ ਗਰਮੀ ਕਿੰਨੇ ਆਦਮੀ ਪਸੰਦ ਕਰਦੇ ਆ, ਵਰਖਾ ਕਿੰਨੇ ਜਣੇ ਪਸੰਦ ਕਰਦੇ ਆ, ਅਤੇ ਸਰਦੀ ਕਿੰਨੇ ਜਣੇ ਪਸੰਦ ਕਰਦੇ ਆ, ਠੀਕ ਹੈ। ਅਤੇ ਟੋਟਲ ਕਿੰਨੇ ਹਨ ਸਾਡੇ ਕੋਲ 360। ਹੁਣ ਇਹਦਾ ਅਸੀਂ ਜਿਹੜਾ ਆ ਹੁਣ ਇਹਦਾ ਵੀ ਪਾਈ ਚਾਰਟ ਬਣਾਵਾਂਗੇ, ਠੀਕ ਹੈ। ਸੇਮ ਉਸੇ ਤਰ੍ਹਾਂ ਹੀ, ਕਿਉਂਕਿ ਪਾਈ ਚਾਰਟ ਬਣਾਉਣ ਲਈ ਸਾਨੂੰ ਕੀ ਚਾਹੀਦਾ ਆ ਕੇਂਦਰੀ ਕੋਣ ਚਾਹੀਦਾ ਵਾ, ਅਤੇ ਅਸੀਂ ਕੇਂਦਰੀ ਕੋਣ ਜੋ ਹੈ ਬਿਲਕੁਲ ਉਸੇ ਤਰ੍ਹਾਂ ਪਤਾ ਕਰਾਂਗੇ। ਪਹਿਲੋਂ ਦੇਖੋ ਕੇਂਦਰੀ ਕੋਣ ਪਤਾ ਕਰਨ ਵਾਸਤੇ ਇਹਦੇ ਪਹਿਲੋਂ ਕੁਐਸਚਨਸ ਵੀ ਨੇ ਨਾਲੇ ਦਿੱਤੇ ਹੋਏ ਕਿ ਪਾਈ ਚਾਰਟ ਅਸੀਂ ਲਾਸਟ ਆਨਸਰ ਕੁਐਸਚਨ ਦੇ ਵਿੱਚ ਬਣਾਉਣਾ ਆ। ਫਸਟ ਕੁਐਸਚਨ ਹੈ ਕਿ ਕਿਸ ਰੁੱਤ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ, ਦੇਖ ਸਕਦੇ ਹਾਂ 150 ਨੂੰ। ਹਰੇਕ ਚੱਕਰ ਖੰਡ ਦਾ ਕੇਂਦਰੀ ਕੋਣ ਪਤਾ ਕਰੋ, ਉਹ ਅਸੀਂ ਜਦੋਂ ਪਾਈ ਚਾਰਟ ਬਣਾਉਣਾ ਆ ਉਹਦੇ ਲਈ ਸਾਨੂੰ ਕੇਂਦਰੀ ਕੋਣ ਪਤਾ ਕਰਨਾ ਪਏਗਾ। ਹੁਣ ਗਰਮੀ ਰੁੱਤ ਦਾ ਕੇਂਦਰੀ ਕੋਣ ਕੀ ਹੋਏਗਾ, ਪਹਿਲੀ ਦਾ 90 ਜੋ ਹੈ ਇਹ ਕਿੰਨੀਆਂ ਵੋਟਾਂ ਦੇ ਵਿੱਚੋਂ ਸਾਨੂੰ 90 ਮਿਲੀਆਂ ਨੇ 360 ਵਿੱਚੋਂ, 360 ਵਿੱਚੋਂ 90 ਮਿਲੀਆਂ, ਅਤੇ 360 ਡਿਗਰੀ ਦੇ ਵਿੱਚੋਂ ਸਾਨੂੰ ਕਿੰਨੀ ਡਿਗਰੀ ਮਿਲੇਗੀ, ਉਹ ਆ ਗਈ ਸਾਡੀ 90 ਡਿਗਰੀ। ਸੇਮ ਵਰਖਾ ਦੇ ਵਿੱਚੋਂ 120/360 ਮੀਨਸ ਕਿ 360 ਵਿਅਕਤੀਆਂ ਦੇ ਵਿੱਚੋਂ 120 ਮਿਲੀਆਂ, ਅਤੇ ਫਿਰ 360 ਡਿਗਰੀ ਦੇ ਵਿੱਚੋਂ ਸਾਨੂੰ 120 ਡਿਗਰੀ ਹੀ ਮਿਲ ਗਏ। ਇਸੇ ਤਰ੍ਹਾਂ ਹੀ 150/360 ਗੁਣਾ 360 ਕਰਕੇ ਅਤੇ 150 ਡਿਗਰੀ ਜੋ ਹੈ ਉਹ ਸਾਡੇ ਇਹ ਤਿੰਨੇ ਜੋ ਨੇ ਸਾਡੇ ਕੇਂਦਰੀ ਕੋਣ ਜਿਹੜੇ ਨੇ ਉਹ ਆ ਗਏ, ਠੀਕ ਹੈ। ਹਰ ਇੱਕ ਰੁੱਤ ਦੇ ਕੇਂਦਰੀ ਕੋਣ, ਇੱਕ ਦਾ ਹੋ ਗਿਆ 90, ਫਿਰ 120 ਅਤੇ 150। ਇਹਨਾਂ ਨੂੰ ਹੁਣ ਅਸੀਂ ਆਪਣੇ ਪਾਈ ਚਾਰਟ ਦੇ ਵਿੱਚ ਬਣਾਵਾਂਗੇ। ਕਿਸ ਤਰ੍ਹਾਂ ਬਣਾਵਾਂਗੇ, ਹੁਣ ਤੁਸੀਂ ਇਹ 'ਚੋਂ ਦੇਖ ਸਕਦੇ ਹੋ ਕਿ ਅਸੀਂ 90 ਡਿਗਰੀ ਦਾ ਕੋਣ ਹੈ ਬਿਲਕੁਲ ਈਜ਼ੀਲੀ ਬਣਾ ਸਕਦੇ ਹਾਂ। ਜੋ ਇਹਦਾ ਕੇਂਦਰ ਹੈ ਉਹਦੇ ਉੱਤੇ ਉਹੀ ਇੱਕ ਅਰਧ ਵਿਆਸ ਲੈ ਕੇ ਆਪਣੀ ਡੀ ਰੱਖ ਕੇ ਇੱਥੇ ਅਸੀਂ 90 ਡਿਗਰੀ ਦਾ ਕੋਣ ਬਣਾ ਲਿਆ। ਹੁਣ ਅਸੀਂ ਇਸ ਨੂੰ ਜੇ ਅਸੀਂ ਲੈਂਦੇ ਹਾਂ ਬੇਸ ਲਾਈਨ, ਅਤੇ ਉਸ ਤੋਂ ਅਗਲਾ ਜਿਹੜਾ ਮਰਜ਼ੀ ਕੋਣ ਬਣਾ ਸਕਦੇ ਹੋ ਤੁਸੀਂ, ਚਾਹੇ ਇੱਧਰ ਵਾਲੀ ਨੂੰ ਬੇਸ ਲਾਈਨ ਲੈ ਲਓ, ਚਾਹੇ ਇੱਧਰ ਵਾਲੀ ਨੂੰ ਲੈ ਲਓ। ਇਹਨੂੰ ਬੇਸ ਰੱਖ ਕੇ ਡੀ ਨੂੰ ਅਸੀਂ ਇੱਥੇ ਟਿਕਾ ਕੇ ਅਤੇ 150 ਡਿਗਰੀ ਦਾ ਇੱਥੇ ਬਣਾ ਲਿਆ, ਫਿਰ ਡੀ ਨੂੰ ਇਸ ਲਾਈਨ ਦੇ ਉੱਤੇ ਟਿਕਾ ਕੇ ਅਤੇ ਇੱਧਰ ਨੂੰ ਲਾ ਕੇ ਅਤੇ 120 ਡਿਗਰੀ ਦਾ ਬਣ ਗਿਆ। ਸੋ ਇਹ ਸਾਡਾ ਪਾਈ ਚਾਰਟ ਇਹਨਾਂ ਤਿੰਨਾਂ ਰੁੱਤਾਂ ਲਈ ਜੋ ਹੈ ਉਹ ਤਿਆਰ ਹੋ ਗਿਆ, ਠੀਕ ਹੈ। ਇਹ ਸੀ ਸਾਡਾ 11ਵਾਂ ਕੁਐਸਚਨ। ਉਸ ਤੋਂ ਬਾਅਦ ਹੈ ਸਾਡਾ 12ਵਾਂ ਕੁਐਸਚਨ। 12ਵੇਂ ਕੁਐਸਚਨ ਦੇ ਵਿੱਚ ਵੀ ਦੇਖੋ ਕੀ ਹੈ ਕਿ ਹੇਠਾਂ ਦਿੱਤੀ ਸਾਨੂੰ ਆਹ ਜੋ ਹੈ ਇੱਕ ਸਾਰਨੀ ਦਿੱਤੀ ਗਈ ਹੈ, ਇਹਦੇ ਤੋਂ ਅਸੀਂ ਪਾਈ ਚਾਰਟ ਜਿਹੜਾ ਉਹ ਤਿਆਰ ਕਰਨਾ ਹੈ, ਠੀਕ ਹੈ। ਹੁਣ ਇਹਦੇ ਤੋਂ ਅਸੀਂ ਪਾਈ ਚਾਰਟ ਕਿਵੇਂ ਤਿਆਰ ਕਰਾਂਗੇ, ਦੇਖੋ ਹੁਣ ਜਿਹੜੀ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਉਹ ਕੀ ਆ ਕਿ ਰੰਗ, ਵਿਅਕਤੀਆਂ ਦੀ ਗਿਣਤੀ, ਕੇਂਦਰੀ ਕੋਣ। ਪਹਿਲੇ ਕੁਐਸਚਨਸ ਦੇ ਵਿੱਚ ਅਸੀਂ ਕੇਂਦਰੀ ਕੋਣ ਜਿਹੜੇ ਨੇ ਉਹ ਜਿਵੇਂ ਪਤਾ ਕੀਤੇ ਸੀ ਉੱਦਾਂ ਹੀ ਇਹਦੇ ਵਿੱਚ ਅਸੀਂ ਕਰਾਂਗੇ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈਗਾ ਆ ਕਿ ਨੀਲਾ ਰੰਗ ਜਿਹੜਾ ਆ ਉਹ ਹੈਗਾ ਆ 18 ਵਿਅਕਤੀਆਂ ਲਈ, ਠੀਕ ਹੈ, ਅਤੇ 360 ਲਈ। ਜੇਕਰ ਟੋਟਲ ਜਿਹੜੇ ਨੇ ਸਾਡੇ ਕਿੰਨੇ ਨੇ ਇੱਥੇ ਆਦਮੀ ਕਿੰਨੇ ਨੇ 36 ਗਿਣਤੀ ਹੈ ਇਹਨਾਂ ਦੀ ਵਿਅਕਤੀਆਂ ਦੀ। ਮੀਨਸ ਕਿ 36 ਵਿਅਕਤੀਆਂ ਦੇ ਵਿੱਚੋਂ 18 ਵਿਅਕਤੀ ਜਿਹੜੇ ਨੇ ਉਹ ਨੀਲਾ ਰੰਗ ਪਸੰਦ ਕਰਦੇ ਆ, ਅਤੇ ਜੇਕਰ ਕੁੱਲ 360 ਡਿਗਰੀ ਹੋਵੇ ਤਾਂ ਸਾਨੂੰ ਕਿੰਨਾ ਕੋਣ ਇਹਦੇ ਵਿੱਚ ਮਿਲੇਗਾ 180 ਡਿਗਰੀ, ਠੀਕ ਹੈ। ਇੱਥੇ ਅਸੀਂ ਕੇਂਦਰੀ ਕੋਣ ਪਤਾ ਕਰਨੇ। ਹਮੇਸ਼ਾ ਯਾਦ ਰੱਖਣਾ ਆ ਕਿ ਜਦੋਂ ਵੀ ਅਸੀਂ ਪਾਈ ਚਾਰਟ ਬਣਾਉਣਾ ਆ ਸਾਨੂੰ ਉਹਦਾ ਕੇਂਦਰੀ ਕੋਣ
ਇੱਕ ਪਰਟੀਕੂਲਰ ਚੀਜ਼ ਦਾ ਕੇਂਦਰੀ ਕੋਣ ਜਿਹੜਾ ਉਹ ਜ਼ਰੂਰ ਪਤਾ ਹੋਣਾ ਚਾਹੀਦਾ। ਉਹ ਅਸੀਂ ਕਿਹਦੇ ਵਿੱਚੋਂ ਪਤਾ ਕਰਾਂਗੇ? 360 ਡਿਗਰੀ ਦੇ ਵਿੱਚੋਂ ਡਿਵਾਈਡ ਕਰਕੇ। ਠੀਕ ਹੈ, ਹੁਣ ਫਸਟ ਦੇ ਵਿੱਚ ਸਾਡਾ ਆ ਗਿਆ 180 ਡਿਗਰੀ। ਠੀਕ ਹੈ, ਪਹਿਲਾਂ ਨੀਲੇ ਰੰਗ ਲਈ ਸਾਡੇ ਕੋਲ 180 ਡਿਗਰੀ ਆ ਗਿਆ। ਸੇਮ ਉਸੇ ਤਰ੍ਹਾਂ ਹਰਾ ਰੰਗ। ਟੋਟਲ ਜਿਹੜੀ ਗਿਣਤੀ ਸਾਡੀ 36 ਵਿਅਕਤੀਆਂ ਦੀ ਆ। 36 ਵਿੱਚੋਂ ਜਿਹੜੇ 9 ਵਿਅਕਤੀ ਨੇ ਉਹਨਾਂ ਨੂੰ ਹਰਾ ਰੰਗ ਪਸੰਦ ਆ, ਔਰ 360 ਜੇ ਟੋਟਲ ਹੋਏਗਾ ਫਿਰ ਸਾਡੇ ਕੋਲ 90 ਡਿਗਰੀ ਆ ਜਾਏਗਾ। ਠੀਕ ਹੈ, ਨੈਕਸਟ ਹੈ ਰੈੱਡ ਕਲਰ, ਲਾਲ ਰੰਗ। ਇਸੇ ਤਰ੍ਹਾਂ ਹੀ 36 ਵਿਅਕਤੀਆਂ ਦੇ ਵਿੱਚੋਂ 6 ਜਣਿਆਂ ਨੂੰ ਪਸੰਦ ਆ, ਅਤੇ 360 ਵਿੱਚੋਂ ਇਹਨੂੰ ਅਸੀਂ ਕੈਂਸਲ ਕਰਕੇ ਅਤੇ ਸਾਡੇ ਕੋਲ 60 ਆ ਜਾਏਗਾ। ਸੇਮ ਇਸੇ ਤਰ੍ਹਾਂ ਜੋ ਪੀਲਾ ਰੰਗ ਹੈ ਉਹ ਸਾਡੇ ਕੋਲ 30 ਡਿਗਰੀ ਦਾ ਸੈਂਟਰਲ ਐਂਗਲ ਦਿੰਦਾ ਹੈ। ਹੁਣ ਇਹਨਾਂ ਨੂੰ ਦੇਖ ਕੇ ਅਤੇ ਅਸੀਂ ਇਹਦੇ ਵਿੱਚ ਪਾਈ ਚਾਰਟ ਡਰਾ ਕਰਾਂਗੇ। ਪਾਈ ਚਾਰਟ ਡਰਾ ਕਰਨ ਲਈ ਉਸੇ ਤਰ੍ਹਾਂ ਅਸੀਂ ਪਹਿਲਾਂ ਉਹੀ ਸਰਕਲ ਡਰਾ ਕਰ ਲਿਆ, ਫਿਰ ਉਹਦਾ ਜਿਹੜਾ ਸੈਂਟਰ ਪੁਆਇੰਟ ਲੈ ਲਿਆ ਅਸੀਂ। ਸੈਂਟਰ ਪੁਆਇੰਟ ਦੇ ਵਿੱਚ ਕੋਈ ਸਿੰਪਲ ਬਿਲਕੁਲ ਫਸਟ ਕੀ ਹੈਗਾ 180 ਡਿਗਰੀ। 180 ਡਿਗਰੀ ਮੀਨਸ ਆਪਾਂ ਕਿਤੇ ਵੀ ਸਿੱਧੀ ਲਾਈਨ ਲਗਾ ਸਕਦੇ ਹਾਂ। ਠੀਕ ਹੈ, ਉਹ ਸਾਡਾ ਸਿੱਧਾ ਹੀ 180 ਡਿਗਰੀ ਦਾ ਕੋਣ ਜਿਹੜਾ ਨੀਲੇ ਵਾਸਤੇ ਆ ਜਾਏਗਾ। ਹੁਣ ਅਸੀਂ ਇਹਦੇ ਵਿੱਚੋਂ ਜਦੋਂ ਅਸੀਂ 180 ਡਿਗਰੀ ਦਾ ਸਾਡਾ ਬਣ ਗਿਆ, ਅਸੀਂ ਆਹ ਤਾਂ ਸਾਡੀ ਲਾਈਨ ਇੱਧਰ ਵਾਲੀ ਬਣ ਗਈ। ਹੁਣ ਅਸੀਂ ਇਸ ਲਾਈਨ ਨੂੰ ਡੀ ਦਾ ਬੇਸ ਮੰਨ ਕੇ ਅਤੇ ਇੱਥੋਂ ਅਸੀਂ 30 ਡਿਗਰੀ ਦੀ ਲਗਾ ਲਈ ਇੱਧਰਲੇ ਪਾਸੇ। 30 ਡਿਗਰੀ ਦਾ ਪੁਆਇੰਟ ਲਗਾ ਕੇ ਉਹਨੂੰ ਲਾਈਨ ਲਾ ਲਿਆ, ਸਾਡੇ ਕੋਲ 30 ਡਿਗਰੀ ਦਾ ਬਣ ਗਿਆ। ਫਿਰ ਅਸੀਂ ਆਹ ਜੋ ਲਾਈਨ ਹੈ ਇੱਧਰ ਵਾਲੀ, ਠੀਕ ਹੈ, ਇਸ ਲਾਈਨ ਨੂੰ ਅਸੀਂ ਬੇਸ ਲਾਈਨ ਮੰਨ ਕੇ ਇੱਥੇ ਡੀ ਰੱਖ ਕੇ ਫਿਰ ਸਾਡਾ ਇੱਥੇ ਅਸੀਂ ਪੁਆਇੰਟ ਲਗਾ ਲਾਂਗੇ ਅਤੇ 60 ਡਿਗਰੀ ਆ ਜਾਏਗਾ। ਲਾਸਟ ਵਾਲਾ ਜਿਹੜਾ ਹੈ ਅਸੀਂ 90 ਡਿਗਰੀ ਦੇ ਜਾਂ ਉਹ ਇੱਥੇ ਆ ਜਾਏਗਾ। ਠੀਕ ਹੈ, ਇਹਨੂੰ ਬੇਸ ਲਾਈਨ ਮੰਨ ਕੇ ਫਿਰ ਇੱਧਰ 90 ਡਿਗਰੀ ਦਾ ਬਣਾ ਲਾਂਗੇ। ਬਿਲਕੁਲ ਈਜ਼ੀਲੀ ਜਿਹੜੇ ਨੇ ਤੁਸੀਂ ਇਹਨੂੰ ਕਰ ਸਕਦੇ ਹੋ ਜੇ ਤੁਸੀਂ ਥੋੜ੍ਹਾ ਧਿਆਨ ਨਾਲ ਦੇਖੋ ਤੇ, ਰਾਈਟ। ਉਸ ਤੋਂ ਬਾਅਦ ਹੈ ਸਾਡੇ ਕੋਲ ਇੱਕ ਕੁਐਸਚਨ ਹੋਰ ਹੈ, ਇਹਦਾ 13 ਕੁਐਸਚਨ ਹੈ। ਇਹ ਕੁਐਸਚਨ ਕੀ ਹੈ? ਕਿਸੇ ਹੋਸਟਲ ਵਿੱਚ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹੇਠਾਂ ਦਿੱਤੀ ਗਈ ਹੈ। ਇਹਦਾ ਵੀ ਅਸੀਂ ਪਾਈ ਚਾਰਟ ਬਣਾਉਣਾ ਸੇਮ ਉਸੇ ਤਰੀਕੇ ਦੇ ਨਾਲ, ਕੇਂਦਰੀ ਕੋਣ ਪਤਾ ਕਰਕੇ। ਹੁਣ ਕੀ ਦਿੱਤਾ ਹੈ ਕਿ ਹਿੰਦੀ ਭਾਸ਼ਾ ਕਿੰਨੇ ਵਿਦਿਆਰਥੀਆਂ ਨੂੰ ਜਿਹੜੀ ਹੈ ਬੋਲਦੇ ਨੇ ਉਹ 40 ਵਿਦਿਆਰਥੀ। ਅੰਗਰੇਜ਼ੀ ਕਿੰਨੇ ਵਿਦਿਆਰਥੀ ਬੋਲਦੇ ਨੇ? 12। ਮਰਾਠੀ 9, ਤਾਮਿਲ 7, ਬੰਗਾਲੀ 4, ਅਤੇ ਜੋੜ ਕਿੰਨਾ ਹੈ ਟੋਟਲ ਸਾਡੇ ਕੋਲ 72, ਕਿਉਂਕਿ 72 ਜੋੜ ਹੈ, ਸਾਡੇ ਕੋਲ ਜੋੜ ਹੋਣਾ ਜ਼ਰੂਰੀ ਹੈ। ਹੁਣ ਅਸੀਂ ਇਹਦਾ ਪਹਿਲੋਂ ਇਹਦੀ ਜਿਹੜੀ ਆ ਉਹ ਬਣਾਵਾਂਗੇ ਕੇਂਦਰੀ ਕੋਣ ਪ੍ਰਾਪਤ ਕਰਨ ਲਈ ਅਸੀਂ ਇਹਦੀ ਇੱਕ ਟੇਬਲ ਬਣਾਵਾਂਗੇ। ਉਹਦੇ ਵਿੱਚ ਕੀ ਆ? ਹਿੰਦੀ ਭਾਸ਼ਾ ਕਿੰਨੇ ਬੱਚੇ ਬੋਲਦੇ ਆ? 40, ਅਤੇ ਟੋਟਲ ਕਿੰਨੇ ਆ ਸਾਡੇ ਕੋਲ? 72। 72 ਵਿੱਚੋਂ 40 ਬੱਚੇ ਜਿਹੜੇ ਨੇ ਉਹ ਹਿੰਦੀ ਬੋਲਦੇ ਆ, ਅਤੇ ਜੇ ਕੇਂਦਰੀ ਕੋਣ 'ਚ ਅਸੀਂ ਡਿਵਾਈਡ ਕਰਨਾ ਹੈ ਤਾਂ 360 ਵਿੱਚੋਂ ਸਾਨੂੰ ਹਿੰਦੀ ਬੋਲਣ ਵਾਲਿਆਂ ਲਈ ਕਿੰਨੇ ਡਿਗਰੀ ਦਾ ਕੋਣ ਮਿਲੇਗਾ? ਸੋ 40 ਬਟਾ 72 ਕਰਕੇ 360 ਦੇ ਵਿੱਚੋਂ ਅਸੀਂ ਇਹਦਾ ਪਤਾ ਕਰਾਂਗੇ ਅਤੇ ਕੈਂਸਲ ਕਰਕੇ 200 ਆ ਜਾਏਗਾ। ਇਸੇ ਤਰ੍ਹਾਂ ਹੀ ਅੰਗਰੇਜ਼ੀ 12 ਬਟਾ 72 ਗੁਣਾ 360 ਕੀਤਾ ਅਤੇ 60 ਆ ਗਿਆ। ਮਰਾਠੀ ਵਾਸਤੇ 9 ਬਟਾ 72 ਗੁਣਾ 360 ਕੀਤਾ ਅਤੇ 45, ਤਾਮਿਲ ਲਈ 35, ਬੰਗਾਲੀ ਲਈ 20। ਜਦੋਂ ਅਸੀਂ ਇਹਦਾ ਸਾਰਾ ਟੋਟਲ ਕਰਕੇ ਵੇਖਾਂਗੇ ਐਂਗਲਸ ਦਾ, ਅਤੇ ਇਹ ਸਾਡਾ 360 ਡਿਗਰੀ ਜਿਹੜਾ ਉਹ ਹੋਏਗਾ। ਹੁਣ ਇਹਨੂੰ ਵੇਖ ਕੇ ਅਸੀਂ ਇਸ ਟੇਬਲ ਨੂੰ ਅਤੇ ਅਸੀਂ ਆਪਣਾ ਪਾਈ ਚਾਰਟ ਬਣਾਵਾਂਗੇ। ਚੱਕਰ ਬਣਾ ਲਿਆ ਇੱਕ, ਚੱਕਰ ਦੇ ਕੇਂਦਰ ਦੇ ਉੱਤੇ ਅਸੀਂ ਆਪਣੀ ਡੀ ਨੂੰ ਟਿਕਾ ਲਿਆ। ਕੋਈ ਵੀ ਇਹਨਾਂ ਵਿੱਚੋਂ ਐਂਗਲ ਤੁਸੀਂ ਪਹਿਲਾਂ ਬਣਾ ਕੇ ਦੇਖ ਸਕਦੇ ਹੋ। ਜਿਹੜਾ ਵੀ ਐਂਗਲ ਬਣਾਓਗੇ ਉਹਨੂੰ ਅਸੀਂ ਉਸ ਲਾਈਨ ਨੂੰ ਬੇਸ ਲਾਈਨ ਮੰਨ ਲਾਂਗੇ। ਸਭ ਤੋਂ ਪਹਿਲਾਂ ਇੱਕ ਅਸੀਂ ਇਹਦੀ ਅਰਧ ਵਿਆਸ ਵਾਲੀ ਲਾਈਨ ਲਗਾ ਲਈ। ਠੀਕ ਹੈ, ਅਰਧ ਵਿਆਸ ਵਾਲੀ ਲਾਈਨ ਲਗਾ ਕੇ ਹੁਣ ਇਸ ਡਾਇਗਰਾਮ ਦੇ ਅਕੋਰਡਿੰਗਲੀ ਅਸੀਂ ਜਿਹੜੀ ਹੈ ਇੱਕ ਲਾਈਨ ਲਗਾ ਕੇ ਇੱਥੇ ਡੀ ਰੱਖੀ। ਡੀ ਤੋਂ ਅਸੀਂ ਪਹਿਲਾਂ ਇੱਥੇ 20 ਡਿਗਰੀ ਦਾ ਮੰਨ ਲਓ ਬਣਾ ਲਿਆ, ਹੇਠੋਂ ਸ਼ੁਰੂ ਕੀਤਾ ਹੈ। ਠੀਕ ਹੈ, 35 ਡਿਗਰੀ ਦਾ ਬਣ ਗਿਆ ਇੱਥੇ ਐਂਗਲ। ਫਿਰ ਇਹ ਵਾਲੀ 35 ਡਿਗਰੀ ਵਾਲੀ ਜਿਹੜੀ ਬੇਸ ਲਾਈਨ ਲੈ ਲਈ ਅਸੀਂ, ਇਹਨੂੰ ਬੇਸ ਲਾਈਨ ਲੈ ਕੇ ਇੱਧਰਲੇ ਪਾਸੇ ਦਾ ਜਿਹੜਾ ਡੀ ਦਾ ਜਿਹੜਾ ਮਿਡ ਪੁਆਇੰਟ ਉਹਦਾ ਹੁੰਦਾ ਆ ਉਹਦੇ ਉੱਤੇ, ਜਿੱਥੋਂ ਅਸੀਂ ਦੇਖ ਕੇ ਉਹਨੂੰ ਬਣਾਉਂਦੇ ਹਾਂ, ਉਹਦਾ ਐਂਗਲ ਬਣਾਉਂਦੇ ਹਾਂ, ਉਹਨੂੰ ਅਸੀਂ ਇਹਦੇ ਵਿੱਚ ਰੱਖ ਕੇ ਇਹ ਸੈਂਟਰ ਦੇ ਉੱਪਰ ਰੱਖ ਕੇ, ਜਿਹੜਾ ਚੱਕਰ ਦਾ ਸਾਡਾ ਸੈਂਟਰ ਹੈ, ਠੀਕ ਹੈ, ਉਹਦੇ ਵਿੱਚ ਜਦੋਂ ਅਸੀਂ ਕੀਤਾ ਅਤੇ ਆਹ 20 ਡਿਗਰੀ ਦਾ ਬਣਿਆ, ਫਿਰ 35 ਦਾ ਬਣ ਗਿਆ। ਇਹਨੂੰ ਬੇਸ ਲਾਈਨ ਲੈ ਕੇ ਇੱਥੇ 45 ਦਾ ਬਣਾ ਲਿਆ, ਫਿਰ 35 ਦਾ ਬਣਾਇਆ। 35 ਦੀ ਬੇਸ ਲਾਈਨ ਲੈ ਕੇ ਫਿਰ 45 ਦਾ ਬਣਾਇਆ। 45 ਦੀ ਬੇਸ ਲਾਈਨ ਲੈ ਕੇ 60 ਦਾ ਬਣਾਇਆ। ਜੇ ਅਸੀਂ ਬਾਕੀ ਦਾ ਡੀ ਰੱਖ ਕੇ ਇੱਥੇ ਡੀ ਆਪਣੀ ਰੱਖ ਕੇ ਆਹ ਵਾਲਾ ਐਂਗਲ ਇੱਥੋਂ ਤੱਕ ਦੇਖਾਂਗੇ ਅਤੇ ਇਹ ਸਾਡਾ 200 ਡਿਗਰੀ ਦਾ ਹੀ ਹੋਏਗਾ।
ਇੱਕ ਵਾਰੀ ਬਣਾਉਣ ਤੋਂ ਬਾਅਦ ਤੁਸੀਂ ਸਾਰੇ ਹੀ ਚੱਕਰ ਦੇ ਵਿੱਚੋਂ ਸਾਰੇ ਐਂਗਲਸ ਜਿਹੜੇ ਨੇ ਉਹ ਚੈੱਕ ਕਰ ਲੈਣੇ ਆ ਕਿ ਸਾਡੇ ਸਾਰੇ ਐਂਗਲ ਜਿਹੜੇ ਨੇ ਉਹ ਕੀ ਜਿੰਨੀਆਂ ਸਾਨੂੰ ਇੱਥੇ ਡਿਗਰੀਜ਼ ਦਿੱਤੀਆਂ ਹੋਈਆਂ ਨੇ ਉਹ ਹੈਗੇ ਆ। ਠੀਕ ਹੈ, ਓਕੇ। ਇਹ ਸੀ ਸਾਡੇ ਬੇਟਾ ਚੈਪਟਰ ਨੰਬਰ 5 ਦੇ ਉੱਤੇ ਬੇਸਡ ਸਾਰੇ ਹੀ ਕੁਐਸਚਨਸ। 13 ਕੁਐਸਚਨਸ ਨੇ, ਇਹਨਾਂ ਸਾਰੇ ਹੀ ਸਮਸ ਨੂੰ ਤੁਸੀਂ ਧਿਆਨ ਨਾਲ ਸਮਝਣਾ ਆ ਔਰ ਆਪਣੀ ਕਾਪੀ ਦੇ ਉੱਪਰ ਇਹਨਾਂ ਨੂੰ ਸੋਲਵ ਕਰਕੇ ਰੱਖ ਲੈਣਾ ਆ। 5th ਚੈਪਟਰ ਦੇ ਵਿੱਚੋਂ ਤੁਹਾਨੂੰ ਇਹਨਾਂ 13 ਪ੍ਰਸ਼ਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ 2 ਕੁਐਸਚਨ ਆ ਜਾਣਗੇ। ਤੁਸੀਂ ਉਹਨਾਂ ਦੋਵਾਂ ਕੁਐਸਚਨਸ ਦੇ ਵਿੱਚ ਸਾਡੇ ਕੋਲ ਜਾਂ ਹੋਏਗਾ, ਤੁਸੀਂ ਉਹਨਾਂ ਵਿੱਚੋਂ ਕੋਈ ਵੀ ਇੱਕ ਜਿਹੜਾ ਆ ਉਹ ਕਰੋਗੇ। ਠੀਕ ਹੈ, ਹੁਣ ਇਸ ਤੋਂ ਬਾਅਦ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਚੈਪਟਰ ਨੰਬਰ 11 ਦੇ ਜਿਹੜੇ ਕੁਐਸਚਨਸ ਨੇ 6 ਅੰਕਾਂ ਵਾਲੇ ਉਹਨਾਂ ਬਾਰੇ ਜਿਹੜਾ ਆ ਉਹ ਦੱਸਿਆ ਜਾਏਗਾ। ਸੋ ਇਸ ਲਈ ਇਸ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਅਤੇ ਇਸ ਤੋਂ ਬਾਅਦ ਜਿਹੜੀ ਨੈਕਸਟ ਵੀਡੀਓ ਹੈ ਉਹਨੂੰ ਵੀ ਤੁਸੀਂ ਜ਼ਰੂਰ ਧਿਆਨ ਨਾਲ ਦੇਖਿਓ ਤਾਂ ਕਿ ਤੁਹਾਡਾ ਜਿਹੜਾ ਕੁਐਸਚਨ ਪੇਪਰ ਦਾ ਪਾਰਟ ਡੀ ਹੈ, ਭਾਗ ਸੱਸਾ ਹੈ, ਉਹਦੇ ਵਿੱਚੋਂ ਕੋਈ ਵੀ ਕੁਐਸਚਨ ਜੋ ਹੈ ਤੁਹਾਡਾ ਅਨਟਾਸਕਡ ਜਾਂ ਅਨਸੋਲਵਡ ਨਾ ਰਹਿ ਜਾਏ ਔਰ ਤੁਸੀਂ 12 ਵਿੱਚੋਂ 12 ਹੀ ਨੰਬਰ ਜਿਹੜੇ ਨੇ ਉਹ ਲੈ ਸਕੋ। ਠੀਕ ਹੈ ਬੇਟੇ, ਥੈਂਕ ਯੂ ਬੇਟਾ।